ਹੁਣ ਇੱਕ ਪਾਰਟੀ ਇਹੀ ਜਿਹੀ ਜਿਹੜੀ ਪਾਵਰ ਚਾਹ ਰਹੀ ਹੈ, ਜਿਹੜੀ ਬੜੀ ਦੱਸ ਕੇ ਕਹਿੰਦੀ ਅਸੀਂ ਬੱਸਾਂ ਵੀ ਚਲਾਉਂਦੇ ਹਾਂ ਜੀ, ਅਸੀਂ ਹੋਟਲ ਵੀ ਚਲਾਉਂਦੇ ਹਾਂ, ਅਸੀਂ ਸਾਰਾ ਕੁਝ ਕਰਦੇ, ਕਿਉਂ ਨਾ ਕਰੀਏ। ਹੁਣ ਇਹ ਲੋਕਾਂ ਦਾ ਪੁੱਛਣ ਵਾਲਾ ਸਵਾਲ ਹੈ, ਭਾਈ ਸਾਹਿਬ ਵੀ ਹਾਂ ਤੁਸੀਂ ਬੱਸਾਂ ਚਲਾ ਲਓ ਜਾਂ ਸਰਕਾਰ ਚਲਾ ਲਓ। ਬਾਦਲ ਸਾਹਿਬ ਨੇ ਇੱਕ ਮਕਾਨ ਲਿਆ, ਫਿਰ ਦੂਜਾ ਮਕਾਨ ਲਿਆ, ਹੁਣ ਦੋਨਾਂ ਨੂੰ ਜੋੜਨ ਲੱਗੇ ਹੋਏ ਹੈ। ਪੰਜਾਬ ਦਾ ਪੋਲੀਟੀਸ਼ੀਅਨ ਗਰੀਬ ਨਹੀਂ ਹੈ, ਪੰਜਾਬ 'ਚ ਜਿਹੜੇ ਰਾਜ ਕਰਦੇ ਹੈ, ਜਿਨ੍ਹਾਂ ਕੋਲ ਤਾਕਤ ਹੈ, ਉਹ ਗਰੀਬ ਨਹੀਂ ਹੈ। ਪੰਜਾਬ ਗਰੀਬ ਹੋ ਗਿਆ। ਇਕੱਲਾ ਇਹ ਤਾਂ ਨਹੀਂ ਹੈ ਨਾ ਕਿ ਸਿਰਫ ਮੱਥਾ ਟੇਕ ਲਓ ਸਵੇਰੇ, ਸਾਰਾ ਦਿਨ ਜੋ ਮਰਜ਼ੀ ਕਰੋ ਜਾਂ ਨਾ ਵੀ ਟੇਕੋ, ਕਿਹਨਾਂ ਟੇਕ ਲਓ। ਹੁਣ ਕਾਂਗਰਸ ਕੋਲ 2 ਇੰਜਨ ਦੀ ਸਰਕਾਰ ਹੈ, ਪਰ ਇੰਜਨ ਉਲਟੇ ਪਾਸੇ ਨੂੰ ਚੱਲ ਰਹੇ ਦੋਨੋਂ। ਇੱਕ ਨੇ ਐਡਵਾਈਜ਼ਰ ਲਾ ਲਿਆ, ਫਿਰ ਐਡਵਾਈਜ਼ਰਾਂ ਨੇ ਕੁਝ ਕਹਿਤਾ, ਜਿਹੜੇ ਮੁੱਦੇ ਤੇ ਉਹਨਾਂ ਨੂੰ ਬਹੁਤੀ ਸਮਝ ਨਹੀਂ ਹੈ। ਸਿੱਧੂ ਸਾਹਿਬ ਚੀਫ ਮਿਨਿਸਟਰ ਬਣਨਾ ਚਾਹੁੰਦੇ, ਉਹ ਗੱਲ ਕਰਦੇ ਪੰਜਾਬ ਮਾਡਲ ਹੈ। ਕੀ ਪੰਜਾਬ ਮਾਡਲ? ਹਲੇ ਤਾਂ ਐਡਵਾਈਜ਼ਰ ਰੱਖਿਆ ਉਹਨਾਂ ਨੇ, ਇਹਦਾ ਮਤਲਬ ਉਹਨਾਂ ਦੇ ਮਨ 'ਚ ਤਾਂ ਕੋਈ ਮਾਡਲ ਹੈ ਨਹੀਂ। ਤੁਸੀਂ ਪੰਜਾਬ ਚਲਾ ਰਹੇ ਹੋ, ਤੁਸੀਂ ਕਸ਼ਮੀਰ ਤੋਂ ਲੈਣਾ ਕੀ ਹੈ? ਤੁਸੀਂ ਇਸ ਵੇਲੇ ਲੋਕ ਸਭਾ ਦੀ ਇਲੈਕਸ਼ਨ ਹੋ ਰਹੀ ਹੋਵੇ ਤਾਂ ਅਸੀਂ ਸਮਝਦੇ ਹਾਂ ਕਸ਼ਮੀਰ ਦੀ ਗੱਲ ਕਰੋ, ਪਾਕਿਸਤਾਨ ਦੀ ਗੱਲ ਕਰੋ। 2006 'ਚ ਉਹ ਪਹਿਲੀ ਮੀਟਿੰਗ ਮੈਂ ਲਈ ਜਿਹਦੇ 'ਚ ਐਂਟੀ ਟੈਰਰ ਕਮੇਟੀ ਪਾਕਿਸਤਾਨ ਨਾਲ ਬਣੀ। ਉੱਥੇ ਜਾ ਕੇ ਜਦੋਂ ਉਹਨਾਂ ਨਾਲ ਗੱਲ ਕਰੋ, ਪਤਾ ਲੱਗਦਾ ਜਿਹੜੇ ਫੌਜ ਦੇ ਬੰਦੇ ਡਿਪਲੋਮੈਟ ਦੇ ਨਾਲ ਬੈਠੇ ਹੈ, ਉਹ ਬੜੀ ਘੁਟਨ ਮਹਿਸੂਸ ਕਰਦਾ ਜਿਹੜਾ ਵਿਦੇਸ਼ ਮੰਤਰਾਲਿਆ। ਹਿੰਦੁਸਤਾਨ 'ਚ ਭਾਵੇਂ ਪਰ ਤਕੜਾ ਪ੍ਰਾਈਮ ਮਿਨਿਸਟਰ ਹੋਵੇ, ਤਕੜਾ ਚੀਫ ਮਿਨਿਸਟਰ ਹੋਵੇ, ਅਸੀਂ ਰਾਜੇ ਇਲੈਕਟ ਕਰਦੇ ਹਾਂ। ਬੇਅਦਬੀ ਵਾਲਾ ਮਾਮਲਾ ਇਹ ਚੱਲਿਆ ਹੈ ਜਦ ਮਾਫੀ ਦਵਾਈ ਹੈ ਅਕਾਲ ਤਖਤ ਸਾਹਿਬ ਤੋਂ ਸਰਸਾਹ ਵਾਲੇ ਨੂੰ। ਜੇ ਤੁਸੀਂ ਜਿਹੜੀਆਂ ਸਿੱਖਾਂ ਦੇ ਵੱਡੀਆਂ ਇੰਸਟੀਟਿਊਸ਼ਨਸ ਹੈ, ਉਹਨਾਂ ਨਾਲ ਖਿਲਵਾੜ ਕਰੋਗੇ, ਕਦੇ ਮਾਫੀ ਦੇ ਦਿਓ, ਕਦੇ ਮਾਫੀ ਵਾਪਸ ਲੈ ਲਓ। ਸੁਣਿਆ ਇਹ? ਜਿਵੇਂ ਜਿਵੇਂ ਪੰਜਾਬ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ, ਉਵੇਂ ਨਵੀਂ ਕਿਸਮ ਦੀਆਂ ਸਰਗਰਮੀਆਂ ਜ਼ੋਰ ਫੜ ਰਹੀਆਂ ਨੇ। ਪੰਜਾਬ ਦਾ ਦਰਦ ਰੱਖਣ ਵਾਲੇ ਲੋਕ ਪੰਜਾਬ ਨੂੰ ਬਿਹਤਰ ਬਣਾਉਣ ਵਾਸਤੇ ਕੁਝ ਕਰਨਾ ਚਾਹੁੰਦੇ ਨੇ। ਆ ਸਾਡੇ ਨਾਲ ਮੌਜੂਦ ਨੇ ਸਰਦਾਰ ਕੇਸੀ ਸਿੰਘ। ਇਹ ਭਾਰਤ ਸਰਕਾਰ ਦੇ ਅਹਿਮ ਅਹੁਦਿਆਂ 'ਤੇ ਕੰਮ ਕਰ ਚੁੱਕੇ ਨੇ, ਹਿੰਦੁਸਤਾਨ ਦੇ ਵਿਦੇਸ਼ਾਂ ਵਿੱਚ ਅੰਬੈਸਡਰ ਵੀ ਰਹਿ ਚੁੱਕੇ ਨੇ। ਇਹਨਾਂ ਅੰਦਰ ਵੀ ਪੰਜਾਬ ਦਾ ਦਰਦ ਝਲਕਦਾ ਹੈ। ਇਹਨਾਂ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ। ਕੇਸੀ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ TV 'ਤੇ। ਕੇਸੀ ਸਿੰਘ ਜੀ, ਤੁਸੀਂ ਪੰਜਾਬ ਦੇ ਹਾਲਾਤ ਦੇਖੇ ਹੈ, ਤੁਸੀਂ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ? ਦੇਖੋ, ਸਾਰਿਆਂ ਤੋਂ ਪਹਿਲਾਂ ਆਪਾਂ 9 ਸੈਕਟਰ 'ਚ ਬੈਠੇ ਹਾਂ। ਇਹ ਘਰ ਬਣਿਆ ਸੀ 1963 'ਚ। ਮੈਂ ਸਾਰੀ ਦੁਨੀਆ 'ਚ ਰਿਹਾ, ਲੇਕਿਨ ਇਹਨੂੰ ਨਹੀਂ ਵੇਚਿਆ, ਕਿਉਂਕਿ ਪੰਜਾਬ ਨਾਲ ਜਿਹੜੀ ਇੱਕ ਲਗਾਵ ਹੈ ਉਹ ਤੋੜਨਾ ਨਹੀਂ ਸੀ ਚਾਹੁੰਦੇ। ਮਕਾਨ ਮੇਰੇ ਕੋਲ ਦਿੱਲੀ ਵੀ ਹੈ, ਲੇਕਿਨ ਇਸ ਲਈ ਕਿ ਇੱਥੇ ਹੀ ਰਹਿਣਾ। ਔਰ ਜਦ ਇਹ ਬਣਾਇਆ ਸੀ ਉਦੋਂ ਕਿਸੇ ਪੋਲੀਟੀਸ਼ੀਅਨ ਦਾ ਮਕਾਨ 9 ਨਹੀਂ ਸੀ ਹੁੰਦਾ। ਬਾਦਲ ਸਾਹਿਬ ਨੇ ਇੱਕ ਮਕਾਨ ਲਿਆ, ਫਿਰ ਦੂਜਾ ਮਕਾਨ ਲਿਆ, ਹੁਣ ਦੋਨਾਂ ਨੂੰ ਜੋੜਨ ਲੱਗੇ ਹੋਏ ਹੈ। ਸੋ ਇਸ ਕਰਕੇ ਜਿਵੇਂ ਜਿਵੇਂ ਪੰਜਾਬ ਬਦਲਿਆ, ਅਸੀਂ ਤਾਂ ਉੱਥੇ ਦੇ ਉੱਥੇ ਖੜ੍ਹੇ ਹਾਂ ਜਿੱਥੇ ਸੀਗੇ ਜਦ ਕਾਲਜ ਪੜ੍ਹਦੇ ਸੀ। ਸੋ ਹਾਲਾਤ ਇਹ ਨੇ, ਦੇਖੋ ਪੰਜਾਬ ਦੇ ਮੁੱਦੇ ਤਾਂ ਬੜੇ ਸਿੱਧੇ ਨੇ। ਇੱਕ ਤਾਂ ਹੈਗਾ ਅੰਦੋਲਨ ਦਾ, ਕਿਸਾਨਾਂ ਦੇ ਅੰਦੋਲਨ ਦਾ, ਲੇਕਿਨ ਉਹ ਜਿਹੜਾ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਆ ਬਿਮਾਰੀ ਨਹੀਂ ਹੈ, ਉਹ ਬਿਮਾਰੀ ਦਾ ਸਿੰਪਟਮ ਹੈ। ਬਿਮਾਰੀ ਹੈਗੀ ਜਿਹੜੀ ਅਸਲੀ ਇੱਥੇ ਖੇਤਰੀ ਦਾ ਸਾਰਿਆਂ ਤੋਂ ਕ੍ਰਾਈਸਿਸ ਜਿਹੜਾ ਪੰਜਾਬ ਤੁਸੀਂ ਕਹਿ ਸਕਦੇ ਹੋ ਕਿ ਝੋਨੇ ਅਤੇ ਕਣਕ ਦਾ ਜਿਹੜਾ ਸਾਈਕਲ ਸਾਡਾ ਗ੍ਰੀਨ ਰੈਵੋਲੂਸ਼ਨ ਹਰੀ ਕ੍ਰਾਂਤੀ 'ਤੇ ਬਣਿਆ ਸੀ, ਉਹ ਸਾਈਕਲ ਦਾ ਟਾਈਮ ਪੂਰਾ ਹੁੰਦਿਆਂ ਕਾਫੀ ਟਾਈਮ ਹੋ ਗਿਆ। ਉਹਦੇ ਬਾਅਦ ਜਾਂ ਤਾਂ ਤੁਸੀਂ ਇੱਕ ਨਵੀਂ ਹਰੀ ਕ੍ਰਾਂਤੀ ਲਿਆਓ, ਜਾਂ ਫਿਰ ਉਹਦੇ ਉੱਤੇ ਹੀ ਅਸੀਂ ਕਹੀਏ ਨਹੀਂ ਇਹੀ ਚੱਲੀ ਜਾਵੇ। ਉਹਦੇ ਨਾਲ ਸਾਡਾ ਪਾਣੀ ਥੱਲੇ ਜਾਈ ਜਾ ਰਿਹਾ, ਪਾਣੀ 'ਚ ਜ਼ਹਿਰੀਲਾ ਹੋਈ ਜਾ ਰਿਹਾ। ਉਹ ਜਿਵੇਂ ਕਹਿੰਦੇ ਆ ਸਸਟੇਨੇਬਲ ਨਹੀਂ ਹੈ, ਉਹ ਚੱਲ ਨਹੀਂ ਸਕਦਾ। ਲੇਕਿਨ ਇਹਦੇ 'ਚ ਮਦਦ ਕਰਨ ਦੀ ਜਗ੍ਹਾ ਕੇਂਦਰੀ ਸਰਕਾਰ ਨੇ ਕੀ ਕੀਤਾ ਕਿ ਸੋਟਾ ਮਾਰਿਆ ਕਿਸਾਨਾਂ ਦੇ ਸਿਰ 'ਚ, ਕਾਨੂੰਨ ਪਾਸ ਕਰਤੇ। ਇੱਕ ਤਰ੍ਹਾਂ ਤੁਸੀਂ ਸਮਝੋ, ਜੇ ਕੋਈ ਇੱਕ ਪੇਸ਼ੈਂਟ ਵੈਂਟੀਲੇਟਰ 'ਤੇ ਲੱਗਿਆ ਹਸਪੀਟਲ 'ਚ ਹੈਗਾ, ਤੁਸੀਂ ਉਹਦਾ ਪਲੱਗ ਕੱਢ ਦਿਓ। ਇਹ ਨਹੀਂ ਕਿਹਾ ਕਿ ਇਹਨੂੰ ਦਵਾਈ ਦੇ ਕੇ ਕਿਵੇਂ ਇਹਨੂੰ ਰਾਜ਼ੀ ਕਰੀਏ, ਕਿਵੇਂ ਇਹਨੂੰ ਠੀਕ ਕਰੀਏ। ਗੱਲਬਾਤ ਕਰਕੇ ਰਸਤਾ ਬਣਾਉਂਦੇ। ਪੰਜਾਬ ਤਾਂ ਸਾਰਿਆਂ ਤੋਂ ਅੱਗੇ ਹੈ। ਅਸੀਂ ਦੇਖੋ 1980 ਤਾਈਂ 2000 ਤੱਕ ਜਿਹੜੀ ਪਰ ਕੈਪੀਟਾ ਇਨਕਮ ਹੁੰਦੀ ਹੈ, ਜਿਹੜੀ ਪੰਜਾਬ ਦੀ ਆਮਦਨ ਨੂੰ ਇੱਥੋਂ ਦੀ ਆਬਾਦੀ ਨਾਲ ਜੇ ਅਸੀਂ ਡਿਵਾਈਡ ਕਰਕੇ ਦੇਖੀਏ, ਪੰਜਾਬ ਅੱਗੇ ਸੀ 2000 ਤੱਕ। 81 ਤਾਈਂ ਤਾਂ ਬਿਲਕੁਲ ਸੀ, 2000 ਤੱਕ 20 ਸੀ। ਉਹਦੇ ਬਾਅਦ 7 ਸੂਬੇ ਅੱਗੇ ਨਿਕਲ ਗਿਆ ਪੰਜਾਬ ਤੋਂ। ਹੁਣ ਤਾਂ 16ਵੇਂ ਨੰਬਰ 'ਤੇ ਆ ਗਿਆ, ਕਹਿੰਦੇ ਵੀ ਬਹੁਤ ਪਿੱਛੇ ਚਲਾ ਗਿਆ। ਜਿਵੇਂ ਪੰਜਾਬ ਦੇ ਇੱਕ ਟਾਈਮ 'ਤੇ ਬਹੁਤ ਚੜ੍ਹਤ ਹੋਈ ਸੀ, ਜਿਵੇਂ ਤੁਸੀਂ ਕਿਹਾ। ਤਾਂ ਹਾਂ, ਸੋ ਇਸ ਕਰਕੇ ਜਿਹੜੇ ਇੱਕ ਤਾਂ ਖੇਤੀਬਾੜੀ ਦਾ ਕੀ ਸਾਈਕਲ ਹੋਣਾ ਚਾਹੀਦਾ, ਇਨਵੈਸਟਮੈਂਟ ਕਿਵੇਂ ਆਵੇ, ਨੌਕਰੀਆਂ ਕਿਉਂ ਨਹੀਂ ਹੈ, ਜਿਹੜੇ ਨੌਜਵਾਨ ਨੇ ਉਹਨਾਂ ਦੀ ਪੜ੍ਹਾਈ, ਐਸੀ ਪੜ੍ਹਾਈ ਕਿਉਂ ਨਹੀਂ ਜਿਹੜੀ ਨੌਕਰੀਆਂ ਨਾਲ ਲਿੰਕ ਹੋ ਸਕੇ। ਇਹੀਆਂ ਜਿਹੀਆਂ ਫੈਕਟਰੀਆਂ ਕਿਉਂ ਨਹੀਂ ਆਈਆਂ ਜਿਹੜੀਆਂ ਉਹ ਨੌਕਰੀਆਂ ਹੋਣ ਜਿਹੜੀਆਂ ਇਹਨਾਂ ਨੂੰ ਚਾਹਣ। ਫਿਰ ਉਹਦੇ ਨਾਲ ਹੀ ਜੁੜਦਾ ਆ ਜਾਂਦਾ ਹੈ ਤੁਹਾਡਾ ਨਸ਼ਿਆਂ ਦਾ ਮਾਮਲਾ।
ਉਹਦੇ ਨਾਲ ਫਿਰ ਅੱਗੇ ਜੁੜਦੇ ਆ ਜਾਂਦੇ ਹੈ ਸਾਰੇ ਹੈਲਥ ਕੇਅਰ। ਹੁਣ ਅਸੀਂ ਦੇਖਿਆ ਜਦ ਮਹਾਮਾਰੀ ਆਈ ਹੈ, ਲੋਕਾਂ ਦੀ ਭੱਜ ਦੌੜ ਹੋਈ, ਪ੍ਰਾਈਵੇਟ ਹਸਪੀਟਲਾਂ 'ਚ ਭੱਜ ਰਹੇ ਹੈ। ਇੱਕ ਪਾਸੇ ਤਾਂ ਤੁਸੀਂ ਪ੍ਰਾਈਵੇਟ, ਇਹ ਇਕੱਲਾ ਇੱਥੇ ਨਹੀਂ ਸਾਰੇ ਹੀ ਸੂਬਿਆਂ 'ਚ ਹੋਇਆ। ਦੇਖੋ ਗੁਜਰਾਤ 'ਚ ਵੀ ਹੋਇਆ, ਜਿੱਥੇ ਮੋਦੀ ਜੀ ਕਹਿੰਦੇ ਸੀ ਉਹਨਾਂ ਨੇ ਗੁਜਰਾਤ ਮਾਡਲ ਬਣਾਇਆ ਹੈ। ਉੱਥੇ ਵੀ ਜਦ ਲੋਕਾਂ ਨੂੰ ਇੰਨੀ ਜਲਦੀ ਐਡਮਿਸ਼ਨ ਨਹੀਂ ਮਿਲੀ, ਕਿਉਂਕਿ ਜੇ ਇਕੱਲੇ ਪ੍ਰਾਈਵੇਟ ਸੈਕਟਰ 'ਤੇ ਤੁਸੀਂ ਛੱਡ ਦੋਗੇ, ਸਰਕਾਰ ਆਪਣੇ ਹਸਪੀਟਲ ਬਣਾ ਕੇ ਉਹਨਾਂ ਦਾ ਦਰਜਾ ਉੱਤੇ ਨਹੀਂ ਕਰੇਗੀ, ਇਹ ਹੋਊਗਾ ਲੋਕ ਉੱਥੇ ਚਲੇ ਤੇ ਗਰੀਬ ਬੰਦੇ, ਆਮ ਬੰਦਾ ਵੀ ਕਿਵੇਂ ਜਾਏਗਾ ਉਸ ਹਸਪੀਟਲ 'ਚ। ਜੇ ਮਹਾਮਾਰੀ ਨੇ ਇਹ ਦਿਖਾਇਆ ਕਿ ਕਮਜ਼ੋਰੀਆਂ ਕਿੱਥੇ ਹੈ ਸਾਡੇ ਸਾਰੇ ਸਿਸਟਮਾਂ 'ਚ, ਤੇ ਉਹਦੇ 'ਚ ਪੰਜਾਬ ਅੱਗੇ ਸੀ, ਹੁਣ ਕਿਉਂ ਨਹੀਂ ਅੱਗੇ? ਸਾਡਾ ਨੰਬਰ ਅੱਗੇ ਆਉਣਾ ਚਾਹੀਦਾ ਸੀਗਾ ਕਿ ਬਿਮਾਰੀ 'ਚ, ਪੜ੍ਹਾਈ 'ਚ, ਯੂਨੀਵਰਸਿਟੀਆਂ 'ਚ, ਨੌਕਰੀਆਂ 'ਚ ਬਾਹਰ ਕਿਉਂ ਭੱਜੇ ਜਾ ਰਹੇ ਬੱਚੇ ਸਾਡੇ। ਔਰ 2000 'ਚ ਮੈਨੂੰ ਯਾਦ ਹੈ, ਮੈਂ ਐਂਬੈਸਡਰ ਸੀ ਆਬੂ ਧਾਬੀ 'ਚ, ਬਾਦਲ ਸਾਹਿਬ ਮੇਰੇ ਕੋਲ ਠਹਿਰੇ ਆ ਕੇ, ਮੈਂ ਇਹਨਾਂ ਨੂੰ ਉਦੋਂ ਕਿਹਾ 21 ਸਾਲ ਪਹਿਲਾਂ, ਮੈਂ ਕਿਹਾ ਜੀ ਮੈਂ ਦੇਖ ਰਿਹਾ ਇੱਥੇ ਮੁੰਡੇ ਲੇਬਰ 'ਤੇ ਆ ਰਹੇ ਨੇ ਸਾਫਿਆਂ ਵਾਲੇ ਬਹੁਤ ਜ਼ਿਆਦਾ। ਇਹਦਾ ਮਤਲਬ ਹੈ ਸਾਡਾ ਜਿਹੜਾ ਮਾਡਲ ਹੈ ਪੰਜਾਬ 'ਚ ਉਹ ਸਫਲ ਨਹੀਂ ਹੈ, ਇਹਨਾਂ ਨੂੰ ਉੱਥੇ ਨੌਕਰੀਆਂ ਨਹੀਂ ਮਿਲ ਰਹੀਆਂ। ਜੇ ਇੱਥੇ ਕੋਈ ਵੱਡੀ ਨੌਕਰੀ 'ਤੇ ਆ ਰਹੇ ਹੋਣ ਤਾਂ ਬੜੀ ਖੁਸ਼ੀ ਹੋਵੇ, ਵਾਈਟ ਕਾਲਰ ਜੌਬ ਜਿਹਨੂੰ ਕਹਿੰਦੇ ਆ, ਦਫ਼ਤਰ 'ਚ ਹੋਣ, ਮੈਨੇਜਰ ਹੋਣ, ਅਸਿਸਟੈਂਟ ਮੈਨੇਜਰ ਹੋਣ। ਲੇਕਿਨ ਜੇ ਉਹ ਬਿਲਡਿੰਗਾਂ 'ਤੇ ਚੜ੍ਹੇ ਹੋਏ ਆ ਇਹੀ ਜਿਹੀ ਗਰਮੀ 'ਚ, ਜਿਹੜੀ ਕਿ ਪੰਜਾਬ 'ਚ ਨਹੀਂ ਹੁੰਦੀ ਕਿਉਂਕਿ ਉੱਥੇ ਨਾਲ ਹਿਊਮਿਡ ਵੀ ਹੈ, ਤਾਂ ਉਹ ਇਹਦਾ ਮਤਲਬ ਅਸੀਂ ਫੇਲ ਹੈ। ਅਸੀਂ ਉਹਨਾਂ ਨੂੰ ਕਿਉਂ ਨਹੀਂ ਰੋਕ ਸਕਦੇ ਪੰਜਾਬ ਦੇ ਵਿੱਚ? ਪਰ ਹੁਣ ਜੇ ਦੇਖੋ ਪਿਛਲੇ 20 ਸਾਲ 'ਚ 2 ਹੀ ਟੱਬਰਾਂ ਦਾ ਰਾਜ ਰਿਹਾ, ਜਾਂ ਬਾਦਲ ਸਾਹਿਬ ਉਹਨਾਂ ਦੇ ਸਾਹਿਬਜ਼ਾਦਾ ਸਾਹਿਬ ਦਾ, ਔਰ ਜਾਂ ਫਿਰ ਕੈਪਟਨ ਸਾਹਿਬ ਦਾ। ਉਹੀ 20 ਸਾਲ ਦੇ ਵਿੱਚ ਪੰਜਾਬ ਪਿੱਛੇ ਗਿਆ। ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਆਤੰਕਵਾਦ ਸੀ, ਤੁਸੀਂ ਇਹ ਨਹੀਂ ਕਹਿ ਸਕਦੇ ਆਤੰਕਵਾਦ ਤਾਂ ਕਦ ਦਾ ਖਤਮ ਹੋਇਆ। ਸੋ ਉਹ ਜ਼ਰੂਰ ਹੈ ਕਿ ਸਾਡੇ 'ਤੇ ਕਰਜ਼ੇ ਚੜ੍ਹੇ ਹੈ, ਕਾਫੀ ਇਹਨਾਂ ਦਾ ਜਿਹੜਾ ਪੈਸਾ ਹੈ, ਪਰ ਉਹ ਕਰਜ਼ੇ ਕਿਉਂ ਚੜ੍ਹੇ ਹੈ? ਤੁਹਾਡੀ ਜਿਹੜੀ ਸਟੇਟ ਦੀ ਆਮਦਨ ਹੈ ਉਹ ਰੇਤੇ 'ਚੋਂ ਕਿਧਰੇ ਹੋਰ ਜਾ ਰਹੀ ਹੈ, ਸ਼ਰਾਬ ਦੇ ਠੇਕਿਆਂ 'ਚੋਂ ਕਿਧਰੇ ਹੋਰ ਜਾ ਰਹੀ ਹੈ। ਸਟੇਟ ਕੋਲ 1 ਰੁਪਏ 'ਚੋਂ 25, 30, 40 ਪੈਸੇ ਆਉਂਦੇ ਹੈ, ਬਾਕੀ ਕਿਧਰੇ ਹੋਰ ਚਲੇ ਜਾਂਦੇ ਆ। ਤਾਂ ਇਸ ਕਰਕੇ ਪੰਜਾਬ ਦਾ ਪੋਲੀਟੀਸ਼ੀਅਨ ਗਰੀਬ ਨਹੀਂ ਹੈ। ਪੰਜਾਬ 'ਚ ਜਿਹੜੇ ਰਾਜ ਕਰਦੇ ਹੈ, ਜਿਨ੍ਹਾਂ ਕੋਲ ਤਾਕਤ ਹੈ, ਉਹ ਗਰੀਬ ਨਹੀਂ ਹੈ। ਪੰਜਾਬ ਗਰੀਬ ਹੋ ਗਿਆ। ਇਹ ਕਿਉਂ ਹੋਇਆ? ਸੋ ਇਹਦਾ ਦੁੱਖ ਜਦ ਦਿੱਲੀ ਬੈਠ ਕੇ ਦੇਖਦੇ ਹਾਂ, ਹੋਰ ਜਗ੍ਹਾ ਬੈਠ ਕੇ ਦੇਖਦੇ ਹਾਂ, ਦਿਲ ਤਾਂ ਇੱਥੇ ਹੀ ਹੈ ਨਾ, ਜਿਸਮ ਜਿੱਥੇ ਮਰਜ਼ੀ ਚਲੇ ਜਾਵੇ। ਤਾਂ ਹੀ ਮੈਂ ਇੱਥੇ ਬੈਠਾ ਅੱਜ 9 ਸੈਕਟਰ 'ਚ। ਤਾਂ ਇਸ ਕਰਕੇ ਇਹ ਤਕਲੀਫ ਲੈ ਕੇ ਆਈ ਹੈ। ਫਿਰ ਮੈਂ ਕਿਹਾ ਹਰੇਕ ਬੰਦਾ ਕਹਿੰਦਾ ਜੀ ਪਾਰਟੀ ਬਣਾ ਲਓ, ਅਸੀਂ ਕਹਿੰਦੇ ਪਾਰਟੀ ਨਹੀਂ ਬਣਾਉਣੀ। ਤੁਸੀਂ ਇੱਕ ਨਵਾਂ ਮੰਚ ਬਣਾਉਣ ਜਾ ਰਹੇ ਹੋ, ਉਹਦੀ ਕੀ ਰੂਪ ਰੇਖਾ ਹੋਊਗੀ, ਕਿਹੋ ਜਿਹੇ ਲੋਕ ਉਹਨਾਂ ਜੁੜੇ ਹੋਣਗੇ? ਉਹਦੇ 'ਚ ਇਹ ਪਰਸੋਂ ਨੂੰ ਅਸੀਂ ਕਰਾਂਗੇ ਇਹਨੂੰ, ਔਰ ਉਹਦੇ 'ਚ ਐਕਸ ਵਾਈਸ ਚਾਂਸਲਰ ਯੂਨੀਵਰਸਿਟੀ, ਮੈਂ ਨਾਂ ਨਹੀਂ ਹਾਲੇ ਲਵਾਂਗਾ ਸਾਰਿਆਂ ਦੇ, ਐਕਸ ਵਾਈਸ ਚਾਂਸਲਰ ਐਗਰੀਕਲਚਰ ਯੂਨੀਵਰਸਿਟੀ ਦੇ, ਉਹਦੇ 'ਚ 2 ਡਾਇਰੈਕਟਰ ਜਨਰਲ ਪੁਲਿਸ ਇਹੋ ਜਿਹੇ ਜਿਨ੍ਹਾਂ ਦੇ ਉੱਤੇ ਕੋਈ ਛਿੱਟੇ ਨਹੀਂ ਹੈ, ਉਹਦੇ ਵਿੱਚ ਇੱਕ ਡਾਕਟਰ ਸਾਹਿਬ ਇਹੋ ਜਿਹੇ ਜਿਹੜੇ ਕਿ ਥੱਲੇ ਕੱਲੀ ਡਾਕਟਰੀ ਨਹੀਂ ਕਰ ਰਹੇ, ਪਰ ਉਹ ਕੁੜੀਆਂ ਦੀ ਐਜੂਕੇਸ਼ਨ 'ਚ, ਉਹ ਸੁਸਾਇਟੀ ਨੂੰ ਕਿਵੇਂ ਤਬਦੀਲੀ ਕਿਵੇਂ ਲਿਆਉਣੀ ਹੈ, ਉਹਦੇ ਵਿੱਚ ਲੋਕਾਂ ਦਾ ਭਲਾ ਕਿਵੇਂ ਕਰਨਾ ਹੈ, ਉਹਦੇ ਨਾਲ ਜੁੜੇ ਹੋਏ ਆ। ਫਿਰ ਉਹਦੇ 'ਚ ਭਾਈ ਬਲਦੀਪ ਨੇ, ਸਾਡੇ ਪੁਰਾਣੇ ਆਪ ਛੁੰਦੇ ਸੀ। ਸੋ ਉਹ ਕੀਰਤਨ ਦੇ ਰਾਹੀਂ ਗੁਰੂਆਂ ਤਾਈਂ ਜਾਂਦਾ ਹੈ, ਉਹਨਾਂ ਦੀ ਜਿਹੜੀ ਵਿਰਾਸਤ ਹੈ ਉਹ ਗੁਰੂਆਂ ਤੱਕ ਚਲੀ ਜਾਂਦੀ ਹੈ ਇਹਨਾਂ ਦੇ ਬਜ਼ੁਰਗਾਂ ਦੇ ਥਰੂ। ਸੋ ਉਹ ਵੀ ਜ਼ਰੂਰੀ ਹੈ ਕਿ ਪੰਜਾਬ ਦੀ ਜਿਹੜੀ ਇਕੱਠੀ ਵਿਰਾਸਤ ਹੈ, ਕਲਚਰ ਜਿਹਨੂੰ ਆਪਾਂ ਕਹਿੰਦੇ ਹਾਂ, ਰਿਲੀਜਨ ਅਤੇ ਕਲਚਰ, ਧਰਮ ਦੀ ਔਰ ਨਾਲ ਉਹਦੇ ਨਾਲ ਕਲਚਰ ਦੀ, ਉਹਨਾਂ ਨੂੰ ਜੁੜ ਕੇ ਪੰਜਾਬ ਦੀ ਵਿਰਾਸਤ ਨੂੰ ਕਿਵੇਂ ਦੁਬਾਰਾ ਤੁਸੀਂ ਅੱਗੇ ਲਿਆਓ, ਤਾਂ ਕਿ ਜਿਹੜੇ ਬੱਚੇ ਨੇ ਅੱਜ ਕੱਲ੍ਹ ਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪਛੋੜ ਕੀ ਹੈ, ਅਸੀਂ ਆਉਂਦੇ ਕਿੱਥੋਂ ਹੈ, ਸਾਫਾ ਬੰਨਣ ਦਾ ਕੀ ਮਤਲਬ ਹੈ। ਸਾਡਾ ਇਕੱਲਾ ਇਹ ਤਾਂ ਨਹੀਂ ਹੈ ਨਾ ਕਿ ਸਿਰਫ ਮੱਥਾ ਟੇਕ ਲਓ ਸਵੇਰੇ, ਸਾਰਾ ਦਿਨ ਜੋ ਮਰਜ਼ੀ ਕਰੋ, ਜਾਂ ਨਾ ਵੀ ਟੇਕੋ ਕਿ ਨਾ ਟੇਕ ਲਓ। ਸੋ ਕੀ ਹੈ ਉਹ ਚੀਜ਼ਾਂ ਜਿਹੜੇ ਗੁਰੂ ਸਿਖਾ ਕੇ ਗਏ ਹੈ, ਉਹ ਸਾਂਝੀਆਂ ਨੇ, ਉਹ ਇਕੱਲੀਆਂ ਸਿੱਖਾਂ ਦੀ ਨਹੀਂ, ਪੂਰੇ ਪੰਜਾਬ ਦੀਆਂ ਸਾਂਝੀਆਂ। ਤਾਂ ਹੀ ਉਹਦਾ ਨਾਂ ਅਸੀਂ ਇਹ ਰੱਖ ਰਹੇ ਹਾਂ, ਸਾਂਝਾ ਸੁਨਹਿਰਾ ਪੰਜਾਬ ਮੰਚ, ਸਾਰਿਆਂ ਦਾ ਸਾਂਝਾ, ਔਰ ਇੱਕ ਸੁਨਹਿਰਾ ਪੰਜਾਬ ਬਣਾਓ ਜਿਹੜਾ ਇੱਕ ਟਾਈਮ ਹੁੰਦਾ ਸੀ, ਔਰ ਉਦੋਂ ਵੀ ਅੱਗੇ ਚੱਕ ਕੇ, ਤਾਂ ਕਿ ਲੋਕ ਇਹ ਕਹਿਣ ਸਾਰੇ ਹਿੰਦੁਸਤਾਨ 'ਚ ਦੇਖਣ ਆਉਣ ਕਿ ਇਹ ਸੂਬਾ ਕਿਹਾ ਜਿਹਾ, ਇਹਨੂੰ ਕਿਵੇਂ ਚਲਾਇਆ ਜਾ ਰਿਹਾ ਹੈ, ਕਿ ਇਹ ਤਬਦੀਲੀ ਇਹਨੇ ਇੱਕ ਵਕਤ ਜਦ ਅਸੀਂ PL 480 ਦੇ 1965 'ਚ ਬੋਰਲੌਗ ਆਇਆ ਇੱਥੇ, ਜਦ ਪਹਿਲੀ ਵਾਰ ਹਾਈ ਯੀਲਡਿੰਗ ਵੈਰਾਈਟੀਜ਼ ਆਈਆਂ। ਇਨਫੈਕਟ ਬੜੀ ਇੰਟਰਸਟਿੰਗ ਕਹਾਣੀ ਹੈ, ਇੰਡੀਆ, ਹਿੰਦੁਸਤਾਨ ਅਤੇ ਪਾਕਿਸਤਾਨ 'ਚ ਇਕੱਠੀਆਂ ਆਈਆਂ ਉਹ, ਔਰ ਉਹ ਜਿਹੜੀਆਂ ਉਹਦੇ ਜਿਹੜੇ ਸੀਡ ਸੀਗੇ ਉਹ ਜਹਾਜ਼ 'ਤੇ ਆਏ, ਉਦੋਂ ਤਾਂ ਹਿੰਦੁਸਤਾਨ ਪਾਕਿਸਤਾਨ 'ਚ ਲੜਾਈ ਲੱਗ ਗਈ 1965 ਦੀ। ਉਹ ਕਿਉਂਕਿ ਸਤੰਬਰ 'ਚ ਲੱਗੀ, ਉਸ ਸਾਲ ਇਹ ਜਿਹੜੀ ਇਹਨਾਂ ਨੇ ਸੋਇੰਗ ਜਿਹੜੀ ਇਹਨਾਂ ਦੀ ਉਤਪਾਦਨ ਕਰਨੀ ਸੀ, ਇਹਨਾਂ ਦੀ ਬੀਜ ਕਰਨੀ ਸੀ, ਉਹ ਲੇਟ ਹੋ ਗਈ ਕਿਉਂਕਿ ਲੜਾਈ ਲੱਗੇ ਕਰਕੇ ਨਾ ਪਾਕਿਸਤਾਨ 'ਚ ਕਰ ਸਕੇ ਨਾ ਹਿੰਦੁਸਤਾਨ 'ਚ।
ਇਹ ਚੱਲਿਆ 1965 ਤੋਂ ਹੈ, ਲੇਕਿਨ ਉਹਦੇ ਨਾਲ ਸਾਨੂੰ ਫਾਇਦਾ ਤਾਂ ਹੋਇਆ। ਉਦੋਂ ਤਾਂ ਪੰਜਾਬ ਨੂੰ ਇਸਤੇਮਾਲ ਕਰ ਲਿਆ, ਪੰਜਾਬ ਨੂੰ ਥਾਪੀਆਂ ਦਿੱਤੀਆਂ, ਕਿਉਂਕਿ ਅਸੀਂ ਆਤਮ ਨਿਰਭਰ ਕਰਤਾ ਹਿੰਦੁਸਤਾਨ ਨੂੰ। ਤੁਹਾਨੂੰ ਕਿਧਰੇ ਜਾ ਕੇ ਮੰਗਣਾ ਨਹੀਂ ਪਏ ਸਾਨੂੰ ਕਣਕ ਚਾਹੀਦੇ, ਚੌਲ ਚਾਹੀਦੇ। ਲੇਕਿਨ ਹੁਣ ਜੇ ਯੂਪੀ ਕਣਕ ਉਗਾਉਣ ਲੱਗ ਗਿਆ, ਹਿੰਦੁਸਤਾਨ ਦੀ ਜਿਹੜੀ ਉਹਦੀ ਡਿਮਾਂਡ ਹੈ ਉਹ ਘਟ ਗਈ। ਇਹਦਾ ਮਤਲਬ ਇਹ ਨਹੀਂ ਕਿ ਹੁਣ ਪੰਜਾਬ ਨੂੰ ਤੁਸੀਂ ਮੱਖੀ ਵਾਂਗੂ ਦੁੱਧ ਚੋਂ ਕੱਢ ਕੇ ਬਾਹਰ ਸਿੱਟ ਦਿਓ। ਪੰਜਾਬ ਦੀ ਵੀ ਗਲਤੀ ਹੈ, ਅਸੀਂ ਸਿਰਫ ਦਿੱਲੀ ਕਨੀ ਦੇਖਦੇ ਰਹੀਏ। ਸਾਡੇ ਹੱਥ ਨੇ, ਸਾਡੇ ਪੈਰ ਨੇ, ਸਾਡੇ ਸੋਚ ਹੋਣੀ ਚਾਹੀਦੀ ਹੈ। ਹੁਣ ਮੈਂ ਗਲਫ 'ਚ ਰਿਹਾ, ਆਬੂ ਧਾਬੀ 'ਚ ਰਿਹਾ ਐਂਬੈਸਡਰ, ਮੈਨੂੰ ਪਤਾ ਹੈ ਉਹਨਾਂ ਨੂੰ ਚਾਹੀਦੀਆਂ ਸਬਜ਼ੀਆਂ ਚਾਹੀਦੀਆਂ, ਉਹਨਾਂ ਨੂੰ ਫਰੂਟ ਚਾਹੀਦੇ ਹੈ। ਉਹਨਾਂ ਦੀਆਂ ਲੜਾਈਆਂ ਆਪਸ 'ਚ, ਟਰਕੀ ਤੋਂ ਉਹਨਾਂ ਨੇ ਲੈਣਾ ਬੰਦ ਕਰਤਾ, ਈਰਾਨ ਦੇ ਨਾਲ ਉਹਨਾਂ ਦੀ ਲੜਾਈ ਹੈ। ਉੱਥੇ ਇੱਕ ਮਾਰਕੀਟ ਹੈ, ਲੇਕਿਨ ਉਹ ਮਾਰਕੀਟ ਨਾਲ ਕੌਣ ਜੋੜੂਗਾ? ਅਸੀਂ ਪ੍ਰਾਈਵੇਟ ਸੈਕਟਰ ਦੀ ਵੇਟ ਕਰਾਂਗੇ? ਸੈਂਟਰ ਨੇ ਤਾਂ ਇਹ ਕਰਤਾ ਕਿ ਪ੍ਰਾਈਵੇਟ ਸੈਕਟਰ ਕਰ ਲੂਗਾ। ਪ੍ਰਾਈਵੇਟ ਸੈਕਟਰ ਤਾਂ ਆਪਣਾ ਮੁਨਾਫਾ, ਆਪਣਾ ਫਾਇਦਾ ਦੇਖਦਾ ਹੈ, ਕਿਸਾਨਾਂ ਦਾ ਫਾਇਦਾ ਤਾਂ ਨਹੀਂ ਨਾ ਦੇਖੇਗਾ। ਇਹ ਸਰਕਾਰ, ਇੱਥੋਂ ਦੀ ਸਰਕਾਰ ਜਿਹੜੀ ਹੈ ਉਹਨੂੰ ਕਰਨਾ ਚਾਹੀਦਾ ਹੈ ਕਿ ਹਾਂਜੀ ਇਹ ਕਿਵੇਂ ਨਵੀਂ ਮਾਰਕੀਟ 'ਚ ਅਸੀਂ ਲੈ ਕੇ ਜਾਈਏ, ਹੌਲੀ ਹੌਲੀ ਤਬਦੀਲੀ ਕਿਵੇਂ ਲਿਆਈਏ। ਉਹ ਲੜਾਈ ਚੱਲਦੀ ਰਹੇਗੀ ਕਾਨੂੰਨਾਂ ਵਾਲੀ। ਉਹ ਕਾਨੂੰਨ ਤਾਂ ਜਿਹੜੇ ਕਾਲੇ ਕਾਨੂੰਨ ਨੇ ਉਹ ਵਾਪਸ ਜਾਣਗੇ ਹੀ, ਲੇਕਿਨ ਉਹਦਾ ਮਤਲਬ ਇਹ ਨਹੀਂ ਕਿ ਅਸੀਂ ਹੱਥ 'ਤੇ ਹੱਥ ਰੱਖ ਕੇ ਪੰਜਾਬ 'ਚ ਬੈਠੇ ਰਹੀਏ। ਇੱਥੇ ਜਿਹੜੀ ਤਬਦੀਲੀ ਲਿਆਉਣੀ ਹੈ, ਬਿਮਾਰੀ ਤਾਂ ਇੱਥੇ ਹੈ ਨਾ, ਚਿੰਨ੍ਹ ਉੱਥੇ ਨੇ ਬਿਮਾਰੀ ਦੇ। ਬਿਮਾਰੀ ਨੂੰ ਹਟਾਉਣ ਦਾ ਵੀ ਤਾਂ ਇਲਾਜ ਕਰਨਾ ਚਾਹੀਦਾ ਨਾ। ਜੇ ਸਾਲ 2 ਸਾਲ ਹੋਰ ਚੱਲਦੀ ਰਹਿੰਦੀ ਹੈ, ਉੱਥੇ ਅੰਦੋਲਨ ਚੱਲਦਾ ਰਹਿੰਦਾ ਹੈ, ਤਾਂ ਅਸੀਂ ਇੰਝ ਹੀ ਬੈਠੇ ਰਹਾਂਗੇ ਪੰਜਾਬ 'ਚ, ਸਰਕਾਰ ਇੰਝ ਹੀ ਬੈਠੇ ਰਹੇ ਪੰਜਾਬ ਦੀ। ਇਹ ਕੋਈ ਹੱਲ ਨਹੀਂ, ਇਹ ਕੋਈ ਦੂਰ ਅੰਦੇਸ਼ੀ ਨਹੀਂ, ਇਹ ਕੋਈ ਸਿਆਸਤ ਨਹੀਂ। ਤੁਹਾਡੇ ਕੋਲ ਪਲੈਨਿੰਗ ਹੋਣੀ ਚਾਹੀਦੀ ਹੈ। ਇੰਨੇ ਅਫਸਰ ਹੈ, ਕਿਉਂ ਨਹੀਂ ਪਲੈਨਿੰਗ? 20 ਸਾਲ ਦੇ 2 ਪਰਿਵਾਰਾਂ ਦਾ ਰਾਜ ਚੱਲ ਰਿਹਾ, ਕੋਈ ਪਲਾਨ ਹੈ? ਅੱਛਾ, ਹੁਣ ਅੱਜ 3 ਪਾਰਟੀਆਂ ਨੇ, ਉਹਨਾਂ 'ਚੋਂ 2 ਦਾ ਰਿਮੋਟ ਕੰਟਰੋਲ ਦਿੱਲੀ 'ਚ ਹੈ, ਤੀਜੀ ਦਾ ਇੱਕ ਫੈਮਿਲੀ ਕੋਲ ਹੈ। ਉਹਨਾਂ 'ਚੋਂ 2 ਨੇ 20 ਸਾਲ ਰਾਜ ਕੀਤਾ, ਇੱਕ ਨੂੰ ਮੌਕਾ ਮਿਲ ਰਿਹਾ ਸੀ 5 ਸਾਲ ਪਹਿਲਾਂ, ਨਹੀਂ ਉਹਨਾਂ ਕੋਲ ਲੋਕਾਂ ਨੂੰ ਬੜੇ ਉਤਸ਼ਾਹ ਹੋ ਕੇ ਉਹਨਾਂ ਦੇ ਨਾਲ ਜੁੜੇ, ਫਿਰ ਉਹਨਾਂ ਦੀਆਂ ਕਮੀਆਂ ਉਹਨਾਂ ਨੇ ਦੇਖੀਆਂ। ਸੋ ਇਸ ਕਰਕੇ ਆਵਾਜ਼ ਜਿਹੜੀ ਥੱਲਿਓਂ ਆ ਰਹੀ ਹੈ ਕਿ ਲੋਕ ਕਹਿੰਦੇ ਕਿੱਥੇ ਜਾਈਏ, ਕੀ ਕਰੀਏ। ਸੋ ਅਸੀਂ ਚਾਹੁੰਦੇ ਹਾਂ ਕਿ ਮੰਚ ਦੇ ਰਸਤੇ 'ਤੇ ਲੋਕਾਂ ਨਾਲ ਗੱਲਬਾਤ ਸ਼ੁਰੂ ਕਰੀਏ, ਅਸੀਂ ਉਹਨਾਂ ਦੀ ਆਵਾਜ਼ ਬਣੀਏ। ਉਹ ਸਾਡੀ ਗੱਲ ਸੁਣਨ, ਜਿੰਨੀ ਕੁ ਸਾਨੂੰ ਪਤਾ ਹੈ। ਸਾਡੇ ਨਾਲ ਜਿਹੜੇ ਐਕਸਪਰਟ ਸਾਡੇ ਨਾਲ ਕਈ ਤਰ੍ਹਾਂ ਦੇ ਹੈ, ਜ਼ਰੂਰੀ ਨਹੀਂ ਹੁੰਦਾ ਐਕਸਪਰਟ ਨੂੰ ਸਾਰੀ ਗੱਲ ਪਤਾ ਹੋਵੇ। ਉਹ ਆਪਣੇ ਤਰੀਕੇ ਨਾਲ ਆਪਣੇ ਮੁੱਦੇ ਰੱਖਣਗੇ, ਲੋਕਾਂ ਨੂੰ ਫਿਰ ਤਰੀਕਾ ਖੋਲਾਂਗੇ ਜਿਹਦੇ ਨਾਲ ਉਹ ਆਪਣੀ ਆਵਾਜ਼ ਸਾਡੇ ਤਾਈਂ ਪਹੁੰਚਾਉਣ ਔਰ ਅਸੀਂ ਅੱਗੇ ਪਹੁੰਚਾਈਏ। ਤਾਂ ਇਹ ਪ੍ਰੈਸ਼ਰ ਗਰੁੱਪ ਦੇ ਤਰ੍ਹਾਂ ਐਕਟ ਕਰੂਗਾ ਤੁਹਾਡਾ ਮੰਚ, ਅਵੇਅਰਨੈਸ ਵਾਸਤੇ ਹੋਊਗਾ ਕਿ ਤੁਸੀਂ ਮੇਨ ਸਟਰੀਮ ਜਿਹੜੀ ਪੋਲੀਟਿਕਸ ਹੈ ਉਹ 'ਚ ਵੀ ਆਉਂਗੇ? ਦੇਖੋ, ਮੰਚ ਤਾਂ ਮੰਚ ਰਹੇਗਾ ਹੀ ਰਹੇਗਾ। ਇਹਦੇ 'ਚ ਸਾਰੇ ਮੈਂਬਰ ਉਹ ਨਹੀਂ ਹੈ ਜਿਹੜੇ ਕਿ ਚਾਹੁੰਦੇ ਹੈ ਕਿ ਉਹ ਕਦੇ ਪੋਲੀਟਿਕਸ 'ਚ ਜਾਣ। ਅਸੀਂ ਪੋਲੀਟਿਕਸ ਦਾ, ਕੁਝ ਮੈਂਬਰ ਪੋਲੀਟਿਕਸ ਦੇ ਤਾਂ ਸੋਚਣਗੇ ਜਿਹੜੇ ਬੰਦੇ ਸਾਡੇ ਨਾਲ ਜੁੜਦੇ ਹੈ ਅਗਲੇ 4, 5, 6 ਹਫ਼ਤੇ 'ਚ। ਨਹੀਂ ਤਾਂ ਤੁਸੀਂ ਇੱਥੇ ਬਹੁਤ ਸਿਆਣੇ ਪੁਰਸ਼ ਨੇ ਜਿਹੜੇ ਕਈਆਂ ਨੇ ਪਾਰਟੀ ਬਣਾ ਲਈ, ਪਰ ਇੱਕ ਤਰ੍ਹਾਂ ਤੁਸੀਂ ਬੱਸ ਖਰੀਦ ਲਿਆਓ, ਖੜੀ ਕਰਕੇ ਫਿਰ ਤੁਸੀਂ ਸੀਟੀਆਂ ਮਾਰਦੇ ਆ, ਸਵਾਰੀਆਂ ਹੈ ਨਹੀਂ ਉਹਦੇ 'ਚ, ਨਾ ਰੂਟ ਪਤਾ ਕਿੱਥੇ ਜਾਣਾ। ਉਹਨੂੰ ਵਿੱਚ ਭਾਈ ਇਹ ਜਾਣੀ ਕਿੱਥੇ ਬੱਸ? ਪਹਿਲਾਂ ਪਤਾ ਤਾਂ ਹੋਵੇ ਕਿ ਮੁੱਦੇ ਕੀ ਨੇ, ਕਿਹੜੇ ਬੰਦੇ ਨੇ, ਕਿਵੇਂ ਅੱਗੇ ਜਾ ਰਹੇ ਹੈ, ਲੋਕ ਆਪਣੇ ਆਪ ਜਾਣ ਸਕਣ ਕਿ ਹਾਂ ਇਹਨਾਂ ਦੇ ਕੁਝ ਪੱਲੇ ਹੈ। ਫਿਰ ਜੇ ਲੋਕਾਂ ਦੀ ਆਵਾਜ਼ ਆਉਂਦੀ ਹੈ, ਉਹ ਕਹਿਣ ਨਹੀਂ ਜੀ ਅਸੀਂ ਸਮਝਦੇ ਹਾਂ ਤੁਸੀਂ ਉਹ ਗੱਲ ਕਰ ਰਹੇ ਹੋ ਜਿਹੜਾ ਹੋਰ ਕੋਈ ਨਹੀਂ ਕਰ ਰਿਹਾ, ਉਸ ਵੇਲੇ ਸੋਚਾਂਗੇ, ਹਲੇ ਨਹੀਂ। ਲੇਕਿਨ ਜੇ ਉਹਦੇ 'ਚੋਂ ਕੁਝ ਬੰਦੇ ਨਿਕਲ ਕੇ ਅੱਗੇ ਵੀ ਚਲੇ ਜਾਂਦੇ ਹੈ, ਮੰਚ ਰਹੇਗਾ। ਇਹ ਮੰਚ ਉਹ ਜੇ ਉਹਨਾਂ 'ਚੋਂ ਨਿਕਲੇ ਬੰਦਿਆਂ ਦੀ ਵੀ ਸਰਕਾਰ ਬਣ ਜਾਂਦੀ ਹੈ, ਉਹਨਾਂ ਨੂੰ ਵੀ ਉਸੇ ਤਰੀਕੇ ਨਾਲ ਦੇਖੇਗਾ ਜਿਵੇਂ ਹੁਣ ਦੀ ਸਰਕਾਰ ਨੂੰ ਦੇਖ ਰਹੇ ਹਾਂ। ਕਿਉਂਕਿ ਇੱਕ ਬੰਦਾ ਉੱਤੇ ਚੈੱਕ 'ਤੇ ਰੱਖਣਾ ਚਾਹੀਦਾ ਹੈ, ਇੱਕ ਰੈਫਰੀ ਹੋਣਾ ਚਾਹੀਦਾ ਹੈ। ਇਸ ਵੇਲੇ ਪੰਜਾਬ ਦੇ ਵਿੱਚ ਕੋਈ ਰੈਫਰੀ ਨਹੀਂ ਹੈ। ਪ੍ਰੈਸ਼ਰ ਗਰੁੱਪ ਜਾਂ ਕਹਿ ਲਓ ਜਾਂ ਹੋਰ ਚੀਜ਼ਾਂ ਜਿਹੜੀਆਂ ਸਰਕਾਰ ਨੂੰ ਟੋਸ 'ਤੇ ਰੱਖ ਸਕੇ, ਉਹਨਾਂ ਦੇ ਜਿਹੜੇ ਫੈਸਲੇ ਆ ਉਹਨਾਂ ਨੂੰ ਟੋਸ 'ਤੇ ਰੱਖ ਸਕੇ। ਇਸੇ ਤਰ੍ਹਾਂ ਹੋਰ ਵੀ IAS ਨੇ ਜਾਂ ਹੋਰ ਵੀ ਜਿਹੜੇ ਬਿਊਰੋਕਰੈਟਸ ਲਾ ਲਓ ਜਾਂ ਹੋਰ ਵੀ ਜਿਹੜੇ ਨਾਮੀ ਜਿਹੜੇ ਬੰਦੇ ਰਹੇ ਆ ਪੰਜਾਬ 'ਚ, ਉਹਨਾਂ ਨੇ ਵੀ ਆਪਣੇ ਆਪਣੇ ਲੈਵਲ 'ਤੇ ਕੁਛ ਨਾ ਕੁਛ ਪਾਰਟੀਜ਼ ਬਣਾਈਆਂ ਨੇ ਜਾਂ ਅਟੈਂਪਟ ਕਰ ਰਹੇ ਆ ਕੁਛ ਨਵਾਂ ਲੈ ਕੇ ਆਉਣ ਦੀ। ਕਿ ਉਹ ਵੀ ਇਸ ਮੰਚ ਤੁਸੀਂ ਉਹਨਾਂ ਨੂੰ ਸੱਦਾ ਦਿਓਗੇ, ਉਹਨਾਂ ਨੂੰ ਵੀ ਇਕਜੁੱਟ ਕਰੋਗੇ ਇਕੱਠੇ ਇੱਕ ਮੰਚ 'ਤੇ? ਦੇਖੋ, ਬੜੀ ਸੋਚ ਸਮਝ ਕੇ ਕਈਆਂ ਨੂੰ ਪੁੱਛਿਆ, 1-2 IAS ਵਾਲਿਆਂ ਨੇ ਪੁੱਛਿਆ, ਹਾਂ ਕਹਿ ਕੇ ਫਿਰ ਨਾ ਕਹਿ ਗਏ, ਕਿਉਂਕਿ ਉਹਨਾਂ ਦੀ ਕਈਆਂ ਦੀ ਡਿਫਿਕਲਟੀ, ਮੁਸ਼ਕਿਲ ਇਹ ਹੈ ਉਹਨਾਂ ਨੇ ਇਹੀ 2 ਪਰਿਵਾਰਾਂ ਨਾਲ ਕੰਮ ਕੀਤਾ ਹੋਇਆ, ਵੱਡੇ ਵੱਡੇ ਅਹੁਦਿਆਂ 'ਤੇ 2 ਪਰਿਵਾਰਾਂ ਨਾਲ ਰਹੇ ਹੈ। ਦਿਲ ਉਹਨਾਂ ਦਾ ਮੰਨਦਾ ਸਾਡੇ ਨਾਲ ਆਉਣ, ਫਿਰ ਉਹ ਸੋਚਦੇ ਆ ਪਬਲਿਕ ਜਾ ਕੇ ਉਹਨਾਂ ਨੂੰ ਵੀ ਪੁੱਛਣਗੇ ਬੰਦੇ ਅੱਗਿਓਂ। ਕਿਉਂਕਿ ਜਦ ਮੈਂ 1-2 ਦਾ ਨਾਂ ਲਿਆ ਜਿਹੜੇ ਬੜੇ ਜਾਣੇ ਪਹਿਚਾਣੇ ਆ, ਉਹਨਾਂ 'ਚੋਂ ਕੁਝ ਸਾਡੇ ਹੀ ਮੈਂਬਰ ਕਹਿਣ ਲੱਗੇ ਕਿ ਦੇਖੋ ਜੀ ਤੁਸੀਂ ਉਹਨਾਂ ਨੂੰ ਲਿਆ ਕੇ ਬਿਠਾਓਗੇ, ਅਸੀਂ ਤਾਂ ਆਲੋਚਨਾ ਕਰਦੇ ਰਹੇ ਉਹਨਾਂ ਦੀ। ਫਿਰ ਉਹਨਾਂ ਦਾ ਵੀ ਇਸ ਚੀਜ਼ 'ਚ ਉਨਾ ਹੀ
ਰੋਲ ਬਣ ਜਾਂਦਾ ਹੈ। ਉਹ ਦੱਸਣਗੇ ਕਿ ਜੇ ਪੰਜਾਬ ਜਿੱਥੇ ਪਹੁੰਚਿਆ ਹੈ, ਉਹ ਵੱਡੀ ਵੱਡੀ ਪੋਸਟਾਂ 'ਤੇ ਰਹੇ ਨੇ, ਤੇ ਉਦੋਂ ਕਿਉਂ ਨਹੀਂ ਕੁਝ ਕਰ ਸਕੇ ਜਿਹੜਾ ਹੁਣ ਕਰ ਸਕਣਗੇ। ਸੋ ਉਹਦੇ ਦੋਨੋਂ ਪਾਸੇ ਦੇ ਆਉਂਦੇ ਆ। ਹਾਂ, ਸਲਾਹ ਲੈਣੀ ਪਏਗੀ। ਬੜੇ ਕਈ ਪੁਰਾਣੇ ਬੰਦੇ ਹੈਗੇ ਆ। ਇੱਕ ਬੜੇ ਪੁਰਾਣੇ ਚੀਫ ਸੈਕਟਰੀ ਰਿਟਾਇਰ ਹੋਏ ਹੋਏ ਨੇ, ਮੇਰੇ ਅੱਜ ਹੀ ਉਹਨਾਂ ਨਾਲ ਗੱਲ ਹੋਈ। ਉਹ ਕਹਿੰਦੇ ਦੇਖ ਬਈ ਮੇਰਾ ਉਮਰ ਨਿਕਲ ਗਈ ਹੈ ਇਸ ਕੰਮ ਨਾਲੋਂ, ਲੇਕਿਨ ਉਹ ਮੰਨ ਗਏ ਜਦ ਮੈਂ ਕਿਹਾ ਤੁਸੀਂ ਕਮ ਸੇ ਕਮ ਐਜ਼ ਅ ਗੈਸਟ ਆਓ, ਸੋਫੇ 'ਤੇ ਬੈਠ ਕੇ ਸੁਣੋ ਸਾਡੀ ਗੱਲ। ਕਹਿੰਦੇ ਨਹੀਂ, ਕੋਈ ਵੀ ਤੁਹਾਨੂੰ ਐਡਵਾਈਸ ਰਾਏ ਚਾਹੀਦੀ ਹੋਏਗੀ ਅਸੀਂ ਦੇਵਾਂਗੇ। ਸੋ ਰਾਏ ਉਹਨਾਂ ਦੀ ਲੈਂਦੇ ਰਹਾਂਗੇ। ਲੇਕਿਨ ਇਹ ਕਹਿਣਾ ਜਿਨ੍ਹਾਂ ਨੇ ਆਲਰੇਡੀ ਕੁਝ ਚਲਾ ਲਿਆ, ਦੇਖੋ ਉਹਨਾਂ ਨੂੰ ਸਾਡਾ ਕੰਮ ਪਸੰਦ ਆਵੇ। ਮੰਚ ਦਾ ਮਤਲਬ ਇਹ ਹੈ ਕਿ ਇਹਦੇ ਦਰਵਾਜ਼ੇ, ਇਹ ਕਲੱਬ ਨਹੀਂ ਹੈ ਕਿ ਨਹੀਂ ਜੀ ਐਪਲੀਕੇਸ਼ਨ ਦਿਓ ਫਿਰ ਦੇਖਾਂਗੇ ਤੁਹਾਨੂੰ ਮੈਂਬਰਸ਼ਿਪ ਦੇਣੀ ਕਿ ਨਹੀਂ। ਦਰਵਾਜ਼ੇ ਖੁੱਲ੍ਹੇ ਹੈ, ਜੇ ਚੰਗੇ ਬੰਦੇ ਆਉਂਦੇ ਹੈ। ਮੰਚ ਦਾ ਕੰਮ ਤਾਂ ਹੀ ਵਧੇਗਾ ਜੇ ਬੰਦੇ ਜੁੜਨਗੇ। ਹਾਂ, ਤੋ ਇਸ ਕਰਕੇ ਇਹਦੇ ਆਮ ਬੰਦੇ ਵਾਲੇ ਵੀ ਦਰਵਾਜ਼ੇ ਖੁੱਲ੍ਹੇ ਹੈ, ਇਹਦੇ ਦੂਜੇ ਵੀ ਉਹਦੀ ਮੈਂਬਰਸ਼ਿਪ ਵਧਾਵਾਂਗੇ, ਉਹਨੂੰ ਵਧਾ ਕੇ ਦੇਖਾਂਗੇ ਕਿੰਨੇ ਬੰਦੇ ਜੁੜ। ਜੇ ਅਸੀਂ ਫੰਕਸ਼ਨ ਕਰਦੇ ਹਾਂ ਮੰਚ ਦਾ, ਚਲੋ ਬਠਿੰਡੇ ਜਾਂਦੇ ਹਾਂ, ਮੇਰੀ ਪੈਦਾਇਸ਼ ਦੀ ਜਗ੍ਹਾ ਹੈ ਉਹ, ਮੈਂ ਪੈਦਾ ਬਠਿੰਡੇ ਹੋਏ ਹਾਂ, ਅਤੇ ਜੇ ਬਠਿੰਡੇ ਜਾਂਦੇ ਹਾਂ, ਜੇ ਉੱਥੋਂ ਦੇ ਬੰਦੇ ਹੋਣਗੇ ਉਹੀ ਇਕੱਠੇ ਹੋਣਗੇ ਨਾ, ਅਸੀਂ ਨਾਲ ਤਾਂ ਨਹੀਂ ਲਿਜਾ ਸਕਦੇ। ਤੋ ਇਸ ਲਈ ਹੌਲੀ ਹੌਲੀ ਜੇ ਦੇਖਦੇ ਹਾਂ ਸਾਡੇ ਨਾਲ ਬੰਦੇ ਜੁੜੇ ਹੈ, ਇਹਦਾ ਦਾਇਰਾ ਵਧਾਉਂਦੇ ਜਾਵਾਂਗੇ ਇੱਕ ਤਰ੍ਹਾਂ ਨਾਲ। ਚੰਡੀਗੜ੍ਹ ਤੋਂ, ਇੱਥੋਂ ਰੋਪੜ, ਇੱਥੋਂ ਕਰਕੇ ਪਟਿਆਲਾ, ਸਾਡੀ ਪੁਰਾਣੀ ਹਵੇਲੀ ਹੁੰਦੀ ਸੀ, ਮੇਰੇ ਦਾਦਾ ਜੀ ਹੁੰਦੇ ਸੀ ਮਹਾਰਾਜਾ ਭੁਪਿੰਦਰ ਸਿੰਘ ਨਾਲ। ਸੋ ਇਸ ਕਰਕੇ, ਔਰ ਪਟਿਆਲਾ ਸਟੇਟ 'ਚ ਸਾਡਾ ਹੁਣ ਪਿੰਡ ਤਾਂ ਸੰਗਰੂਰ 'ਚ ਹੈ, ਪਰ ਉਹ ਪੁਰਾਣੀ ਪਟਿਆਲਾ ਸਟੇਟ ਸੀ। ਜਦ ਮੈਂ ਪੈਦਾ ਹੋਇਆ ਮੇਰੇ ਫਾਦਰ ਇਨਕਮ ਟੈਕਸ ਅਫਸਰ ਸੀਗੇ ਬਠਿੰਡੇ 'ਚ, ਪਟਿਆਲਾ ਸਟੇਟ ਦੇ, ਅਤੇ ਉਹ ਪਟਿਆਲਾ ਸਟੇਟ ਇੱਥੋਂ ਲੈ ਕੇ ਬਠਿੰਡੇ ਤਾਈਂ ਜਾਂਦੀ ਸੀ। ਸੋ ਇਸ ਕਰਕੇ ਅੱਜ ਪੂਰਾ ਦਾ ਪੂਰਾ ਏਰੀਆ ਪੂਰਾ ਦੇਖਿਆ ਹੋਇਆ, ਸਾਰਾ ਛੋਟੇ ਹੁੰਦੇ ਤੋਂ ਜਾਂਦੇ ਰਹੇ ਹੈ ਪਿੰਡ ਵਗੈਰਾ। ਤੋ ਇਸ ਕਰਕੇ ਸਾਰੇ ਇਸ ਏਰੀਏ ਦੇ ਬੰਦੇ ਜੁੜਨ, ਦੁਆਬੇ ਦੇ ਜੁੜਨ, ਮਾਝੇ ਦੇ ਜੁੜਨ। ਸਾਂਝਾ ਤਾਂ ਹੀ ਕਹਿ ਰਹੇ ਹਾਂ ਨਾ, ਸਾਂਝਾ ਮੰਚ ਹੈ। ਸਾਂਝੇ ਦਾ ਕੀ ਮਤਲਬ ਹੋਇਆ? ਕਿਸੇ ਵਰਗ ਦੇ, ਕਿਸੇ ਧਰਮ ਦੇ, ਕੋਈ ਵੀ ਪੰਜਾਬੀ ਜਿਹੜਾ ਹੈਗਾ, ਕੋਈ ਨੌਨ ਪੰਜਾਬੀ ਵੀ ਹੈ ਜਿਹੜਾ ਪੰਜਾਬ 'ਚ ਰਹਿੰਦਾ, ਉਹ ਵੀ ਜੁੜੇ। ਜਿਹੜਾ ਪੰਜਾਬ 'ਚ ਰਹਿੰਦਾ ਉਹ ਪੰਜਾਬੀ ਹੋ ਗਿਆ, ਭਾਵੇਂ ਇੱਥੇ ਉਹਦੇ ਦਾਦਾ ਪੜਦਾਦਾ ਇੱਥੇ ਨਹੀਂ ਸੀ। ਹਾਂ, ਤੇ ਸਰ ਜਿਵੇਂ ਅੱਜ ਦੇ ਜਿਹੜਾ ਆਪਾਂ ਲੇਟੈਸਟ ਲਾ ਲਈਏ ਪਿੰਡਾਂ 'ਚ, ਖਾਸ ਕਰਕੇ ਮਾਲਵੇ ਵਾਲੇ ਹਲਕਿਆਂ 'ਚ ਹੋਵੇ ਜਾਂ ਅੰਮ੍ਰਿਤਸਰ ਦੇਖ ਲਓ ਜਾਂ ਦੁਆਬੇ ਵਾਲੇ ਪਾਸੇ, ਇੱਕ ਚੀਜ਼ ਜਿਹੜੀ ਸਾਰੇ ਪਿੰਡਾਂ 'ਚ ਕਾਮਨ ਆ ਰਹੀ ਆ, ਮਤੇ ਪੈ ਰਹੇ ਆ ਰਵਾਇਤੀ ਪਾਰਟੀਆਂ ਦੇ ਖਿਲਾਫ। ਲੋਕ ਬਹੁਤ ਜ਼ਿਆਦਾ ਗੁੱਸੇ 'ਚ ਨੇ, ਭਰੇ ਹੋਏ ਨੇ, ਕਿਹਾ ਸਵਾਲ ਵੀ ਚੱਕ ਰਿਹਾ ਜੋ ਪਹਿਲਾਂ ਨੋਰਮ ਨਹੀਂ ਸੀ ਪੰਜਾਬ 'ਚ। ਤੁਸੀਂ ਇਹ ਸਾਰੀ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਜੇ ਇਹ ਕਹਿਣਾ ਕਿ ਤੁਸੀਂ ਪਿੰਡ 'ਚ ਨਾ ਵੜੋ, ਮੈਂ ਕਹਿਣਾ ਹੈ ਕਿ ਲੋਕਤੰਤਰ ਦੇ ਖਿਲਾਫ ਹੈ। ਤੁਸੀਂ ਜੋ ਪਾਰਟੀਆਂ ਨਾਲ ਗੁੱਸੇ ਹੋ, ਉਹਨਾਂ ਤੋਂ ਸਵਾਲ ਪੁੱਛਣ ਦਾ ਤੁਹਾਡਾ ਹੱਕ ਬਣਦਾ ਹੈ, ਲੇਕਿਨ ਦਰਵਾਜ਼ੇ ਬੰਦ ਕਰਨ ਦਾ ਹੱਕ ਨਹੀਂ ਬਣਦਾ। ਲੋਕਤੰਤਰ ਨਹੀਂ ਚੱਲ ਸਕਦਾ ਜੇ ਤੁਸੀਂ ਕਹੋ ਜੀ ਪਿੰਡ 'ਚ ਨਹੀਂ ਵੜ ਸਕਦੇ। ਉਹ ਤਾਂ ਫਿਰ ਕੁਛ ਬੰਦੇ ਇਸ ਨੂੰ ਇੱਕ ਤਰ੍ਹਾਂ ਨਾਲ ਕੰਟਰੋਲ ਕਰਨਗੇ ਪੂਰੇ ਪਿੰਡ ਨੂੰ। ਪੂਰਾ ਪਿੰਡ ਤਾਂ ਨਹੀਂ ਨਾ ਕਹਿੰਦਾ। ਸੋ ਲੋਕਾਂ ਨੂੰ ਇਹ ਕਹਿਣਾ ਤੁਸੀਂ ਅੰਦਰ ਨਾ ਵੜੋ। ਅਸੀਂ ਕੱਲ੍ਹ ਨੂੰ ਲੋਕ ਕਹਿੰਦੇ ਹੈ ਕਿਸਾਨ ਵੀ ਪਾਰਟੀ ਬਣਾ ਸਕਦੇ ਆ। ਮੈਨੂੰ ਇੱਕ ਸੱਜਣ ਨੇ, ਕਿਸੇ ਨੇ ਕਿਹਾ, ਗੱਲ ਹੋ ਰਹੀ ਸੀ, ਉਹ ਕਹਿੰਦਾ ਜੇ ਇਹ ਪਾਰਟੀ ਬਣਾ ਲੈਣਗੇ ਤਾਂ ਲੋਕ ਪੁੱਛਣਗੇ ਭਾਈ ਤੁਸੀਂ ਤਾਂ ਪਹਿਲਾਂ ਕਹਿੰਦੇ ਸੀ ਕਿਸੇ ਪੋਲੀਟੀਸ਼ੀਅਨ ਨੂੰ ਪਿੰਡ ਨਹੀਂ ਵੜਨ ਦੇਣਾ, ਹੁਣ ਜੇ ਤੁਸੀਂ ਆਪਣੀ ਪਾਰਟੀ ਬਣਾ ਲਈ ਤੁਸੀਂ ਕਿਵੇਂ ਵੜੋਗੇ? ਜਾਂ ਫਿਰ ਲੋਕ ਕਹਿਣਗੇ ਅੱਛਾ ਇਸ ਲਈ ਅੰਦਰ ਆਉਣਾ ਬੰਦ ਕੀਤਾ ਸੀ ਹੋਰਾਂ ਦਾ ਕਿਉਂਕਿ ਤੁਸੀਂ ਪੋਲੀਟੀਸ਼ੀਅਨ ਬਣਨਾ ਚਾਹੁੰਦੇ ਸੀ। ਸੋ ਇਹ ਪੋਲੀਟਿਕਸ, ਇਹੀ ਜਿਹੀ ਪੋਲੀਟਿਕਸ ਦੂਰ ਨਹੀਂ ਜਾਏਗੀ। ਇਹਦੇ 'ਚ ਜਿਹੜੇ ਗਲਤ ਐਲੀਮੈਂਟ ਨੇ ਉਹ ਇਹਦਾ ਫਾਇਦਾ, ਨਜਾਇਜ਼ ਫਾਇਦਾ ਉਠਾਉਣਗੇ। ਲੋਕਾਂ ਨੂੰ ਇਹ ਕਹਿਣਾ ਚਾਹੀਦਾ ਹੈ ਹਾਂ ਭਾਈ ਤੁਸੀਂ ਆਓ, ਅਸੀਂ ਤੁਹਾਨੂੰ ਸੱਥ 'ਚ ਖੜੀ ਕਰਕੇ ਸਾਰੇ ਇਕੱਠੇ ਹੋ ਕੇ ਤੁਹਾਨੂੰ ਸਵਾਲ ਕਰਾਂਗੇ। ਜਿਵੇਂ ਇੱਕ ਦੋ ਵੀਡੀਓ ਆਏ ਹੈ, ਸਵਾਲ ਪੁੱਛ ਰਹੇ ਆ ਪੁਰਾਣੇ ਡਿਪਟੀ ਚੀਫ ਮਿਨਿਸਟਰ ਸਾਹਿਬ ਨੂੰ, ਉਹ ਉਹਨਾਂ ਦਾ ਹੱਕ ਹੈ। ਲੜਾਈ ਕਰਨਾ, ਦਰਵਾਜ਼ੇ ਬੰਦ ਕਰਨਾ, ਧੱਕਾ ਕਰਨਾ, ਇਹ ਫਿਰ ਲੋਕਤੰਤਰ ਅੱਗੇ ਨਹੀਂ ਵੱਧਦਾ। ਸੋ ਇਸ ਕਰਕੇ ਇਹ ਮੇਰੀ ਰਾਏ ਉਹ ਹੋਏਗੀ, ਇਹ ਕੰਮ ਨਾ ਕਰਨ। ਪਰ ਅਸੀਂ ਤਾਂ ਪਾਰਟੀ ਨਹੀਂ ਹੈ, ਅਸੀਂ ਜੇ ਜਾਂਦੇ ਹਾਂ ਅਸੀਂ ਤਾਂ ਮੰਚ ਦੇ ਰਸਤੇ ਜਾਂਦੇ ਹਾਂ। ਸੋ ਮੈਂ ਸਮਝਦਾ ਹੋ ਸਾਡੇ ਲਈ ਤਾਂ ਦਰਵਾਜ਼ੇ ਉਹਨਾਂ ਨੂੰ ਬੰਦ ਨਹੀਂ ਕਰਨੇ ਚਾਹੀਦੇ ਜੇ ਅਸੀਂ ਜਾ ਕੇ ਉਹਨਾਂ ਨਾਲ ਗੱਲ ਕਰਦੇ ਹਾਂ। ਕੇਸੀ ਸਿੰਘ ਜੀ, ਜਿਵੇਂ ਪਿਛਲੇ ਦਿਨੀ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਨੇ ਬੜੇ ਗੱਜ ਵੱਜ ਕੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ, ਬੜੀ ਹਾਈਪ ਕ੍ਰੀਏਟ ਕੀਤੀ ਗਈ ਅਤੇ ਹੁਣ ਉਹ ਪ੍ਰਧਾਨ ਬਣ ਗਏ ਨੇ ਅਤੇ ਜਿਸ ਤਰ੍ਹਾਂ ਦੇ ਭਾਸ਼ਣ ਆ ਰਹੇ ਆ, ਫੈਸਲੇ ਲੈ ਰਹੇ ਆ, ਤੁਸੀਂ ਉਹਨੂੰ ਕਿਵੇਂ ਦੇਖਦੇ ਹੋ? ਤੁਹਾਡੀ ਉਹਦੇ 'ਤੇ ਕੀ ਟਿੱਪਣੀ ਹੈ? ਕੀ ਇੱਕ ਇੰਡੀਵਿਜੂਅਲ ਸੁਧਾਰ ਸਕਦਾ ਸਭ ਕੁਝ? ਦੇਖੋ, ਉਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ, ਉਹ ਕਿਹਨੂੰ ਪ੍ਰਧਾਨ ਬਣਾਉਂਦੇ ਹੈ, ਕੌਣ ਉਹਨਾਂ ਦਾ ਚੀਫ ਮਿਨਿਸਟਰ ਕੈਂਡੀਡੇਟ ਹੁੰਦਾ ਹੈ। ਪਰ ਇੱਕ ਚੀਜ਼ ਦੇਖਣ ਨੂੰ ਆ ਰਹੀ ਹੈ, ਮੋਦੀ ਜੀ ਕਹਿੰਦੇ ਹੁੰਦੇ ਹੈ ਜਦ ਇਹ ਕੈਂਪੇਨ ਕਰਦੇ ਆ ਜਾ ਕੇ ਕਿ 2 ਇੰਜਨ ਦੀ ਸਰਕਾਰ ਹੋਣੀ ਚਾਹੀਦੀ ਹੈ, ਮਤਲਬ ਕਿ ਉਹ ਥੱਲੇ ਵੀ ਬੀਜੇਪੀ, ਉੱਤੇ ਵੀ ਬੀਜੇਪੀ। ਹੁਣ ਕਾਂਗਰਸ ਕੋਲ 2 ਇੰਜਨ ਦੀ ਸਰਕਾਰ ਹੈ, ਪਰ ਇੰਜਨ ਉਲਟੇ ਪਾਸੇ ਨੂੰ ਚੱਲ ਰਹੇ ਦੋਨੋਂ। ਇੱਕ ਦਿੱਲੀ ਕਨੀ ਨੂੰ ਜਾ ਰਿਹਾ, ਇੱਕ ਕਾਲਕਾ ਕਨੀ ਨੂੰ।
ਹੁਣ ਉਹ ਦੋ ਇੰਜਨ ਦਾ ਕਿਵੇਂ ਫੈਸਲਾ ਕਰਨਾ ਇਹ ਤਾਂ ਕਾਂਗਰਸ ਨੇ ਕਰਨਾ, ਪਰ ਲੋਕ ਰੋਜ਼ ਦੇਖਦੇ ਹੈ ਕਿ ਇੱਕ ਨੇ ਐਡਵਾਈਜ਼ਰ ਲਾ ਲਿਆ, ਫਿਰ ਐਡਵਾਈਜ਼ਰਾਂ ਨੇ ਕੁਝ ਕਹਿਤਾ, ਜਿਹੜੇ ਮੁੱਦੇ ਤੇ ਉਹਨਾਂ ਨੂੰ ਬਹੁਤੀ ਸਮਝ ਨਹੀਂ ਹੈ, ਫਿਰ ਸੀਐਮ ਸਾਹਿਬ ਨੇ ਕਮੈਂਟ ਕੀਤਾ, ਉਹਨਾਂ ਦੇ ਵਿਚਾਰ ਸਾਨੂੰ ਪਤਾ ਉਹ ਮੁੱਦਿਆਂ ਤੇ ਕੀ ਨੇ। ਹੁਣ ਇਹ ਡਿਬੇਟ ਇੱਕ ਤਰ੍ਹਾਂ ਦੀ ਚੱਲੀ ਹੋਈ ਹੈ ਕਾਂਗਰਸ ਦੇ ਵਿੱਚ। ਡਿਬੇਟ ਤਾਂ ਚੰਗੀ ਹੁੰਦੀ ਹੈ, ਮਾੜੀ ਗੱਲ ਨਹੀਂ ਕੋਈ, ਲੇਕਿਨ ਉਹ ਜੇ ਇਸ ਤਰ੍ਹਾਂ ਦੀ ਹੈ ਜਿਹਦੇ 'ਚ ਕਿ ਪੰਜਾਬ ਨੂੰ ਕੀ ਫਾਇਦਾ ਹੈ, ਉਹ ਪੰਜਾਬ ਦੇ ਮੁੱਦਿਆਂ ਤੇ ਡਿਬੇਟ ਕਰਨ ਦਾ ਫਾਇਦਾ ਹੈ। ਕਹਿੰਦੇ ਜੀ ਕਿਸਾਨੀ ਨੂੰ ਕਿਵੇਂ ਬਦਲਣਾ, ਹਰੀ ਕ੍ਰਾਂਤੀ ਕਿਵੇਂ ਲਿਆਉਣੀ ਹੈ, ਲੋਕਾਂ ਨੂੰ ਜੇ ਸਿੱਧੂ ਸਾਹਿਬ ਚੀਫ ਮਿਨਿਸਟਰ ਬਣਨਾ ਚਾਹੁੰਦੇ ਉਹ ਗੱਲ ਕਰਦੇ ਪੰਜਾਬ ਮਾਡਲ ਹੈ ਕੀ, ਪੰਜਾਬ ਮਾਡਲ ਹਲੇ ਤਾਂ ਐਡਵਾਈਜ਼ਰ ਰੱਖਿਆ ਉਹਨਾਂ ਨੇ, ਇਹਦਾ ਮਤਲਬ ਉਹਨਾਂ ਦੇ ਮਨ 'ਚ ਤਾਂ ਕੋਈ ਮਾਡਲ ਹੈ ਨਹੀਂ। ਮੈਂ ਤਾਂ ਐਡਵਾਈਜ਼ਰ ਨਹੀਂ ਰੱਖੇ, ਮਨ ਦੇ ਅੰਦਰ ਕੋਈ ਵਿਚਾਰ ਹੋਣਾ ਚਾਹੀਦਾ ਹੈ ਕਿ ਆਹ ਪੰਜਾਬ ਹੈ। ਮੈਂ ਕਹਿੰਦਾ ਸੁਨਹਿਰਾ ਪੰਜਾਬ ਦੀ ਮੇਰੀ ਆਹ ਡੈਫੀਨੇਸ਼ਨ ਹੈ ਕਿ ਇਹਦੇ 'ਚ ਨੌਕਰੀਆਂ ਹੋਣ, ਮੁੰਡੇ ਬਾਹਰ ਨਾ ਜਾਣ ਨੌਕਰੀਆਂ ਲੱਭਣ ਨੂੰ, ਇੱਥੇ ਧੱਕਾ ਨਾ ਹੋਵੇ, ਇੱਥੇ ਗੈਂਗਸਟਰਿਜ਼ਮ ਨਾ ਹੋਵੇ, ਇੱਥੋਂ ਦੇ ਜਿਹੜੇ ਸਾਡੀ ਵੈਲਥ ਹੈ, ਜਿਹੜੇ ਜਿਵੇਂ ਰੇਤਾ ਹੈ ਜਾਂ ਦੂਜੀ ਹੈ ਰੈਵਨਿਊ, ਜਿਹੜਾ ਅਸੀਂ ਮਾਲ ਇਕੱਠਾ ਕਰਦੇ, ਜਿਹੜਾ ਸਰਕਾਰ ਕੋਲ ਆਉਣਾ ਚਾਹੀਦਾ ਹੈ, ਉਹ ਲੋਕਾਂ ਦੇ ਜਿਹੜੇ ਹੁਕਮਰਾਨ ਹੈ ਉਹਨਾਂ ਦੀਆਂ ਜੇਬਾਂ 'ਚ ਨਾ ਜਾਵੇ। ਇਹ ਮੁੱਦੇ ਤਾਂ ਸਾਨੂੰ ਪਤਾ ਹੀ ਹੈ ਕੀ ਹੈ, ਇਹ ਜਿਹੜੇ ਐਡਵਾਈਜ਼ਰ ਕੀ ਦੱਸਣਗੇ ਤੁਹਾਨੂੰ। ਤਾਂ ਇਸ ਕਰਕੇ ਸਾਰਿਆਂ ਨੂੰ ਸਪਸ਼ਟ ਕਰਨਾ ਚਾਹੀਦਾ, ਜਿਹੜੀਆਂ ਪਾਰਟੀਆਂ ਖੜੀਆਂ ਸਿਰਫ ਨਾਅਰੇਬਾਜ਼ੀ ਤੁਸੀਂ ਲਾਈ ਜਾਓ। ਹਰੇਕ ਕਸ਼ਮੀਰ ਤੇ ਪਾਕਿਸਤਾਨ ਉੱਤੇ ਉਹਨਾਂ ਦੇ ਸਲਾਹਕਾਰਾਂ ਦੇ ਜਿਹੜੇ ਨਵੇਂ ਨਿਯੁਕਤ ਕੀਤੇ ਸਲਾਹਕਾਰ, ਉਹਨਾਂ ਦਾ ਬਿਆਨ ਆਇਆ ਹੈ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕੈਪਟਨ ਅਮਰਿੰਦਰ ਸਿੰਘ ਵੱਲੋਂ ਬੜੀ ਤਲਖ ਟਿੱਪਣੀ ਕੀਤੀ ਗਈ ਹੈ ਉਹਨਾਂ ਉੱਤੇ ਵੀ ਜੇ ਤੁਹਾਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਨਾ ਬੋਲੋ। ਤੁਹਾਡਾ ਆਪ ਦਾ ਬਹੁਤ ਵੱਡਾ ਐਕਸਪੀਰੀਅੰਸ ਹੈ, ਤਜਰਬਾ ਹੈ, ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਮੈਂ ਉਹ ਐਡਵਾਈਜ਼ਰਾਂ ਦੀ ਸਟੇਟਮੈਂਟ ਧਿਆਨ ਨਾਲ ਨਹੀਂ ਪੜ੍ਹੀ, ਪਰ ਕੈਪਟਨ ਸਾਹਿਬ ਦੀ ਮੈਂ ਦੇਖੀ ਹੈ। ਦੇਖੋ, ਮੋਟੀ ਗੱਲ ਇਹ ਹੈ, ਤੁਸੀਂ ਪੰਜਾਬ ਚਲਾ ਰਹੇ ਹੋ, ਤੁਸੀਂ ਕਸ਼ਮੀਰ ਤੋਂ ਲੈਣਾ ਕੀ ਹੈ? ਤੁਸੀਂ ਇਸ ਵੇਲੇ ਲੋਕ ਸਭਾ ਦੀ ਇਲੈਕਸ਼ਨ ਹੋ ਰਹੀ ਹੋਵੇ ਤਾਂ ਅਸੀਂ ਸਮਝਦੇ ਹਾਂ ਕਸ਼ਮੀਰ ਦੀ ਗੱਲ ਕਰੋ, ਪਾਕਿਸਤਾਨ ਦੀ ਗੱਲ ਕਰੋ, ਪਰ ਪਾਕਿਸਤਾਨ ਦੀ ਗੱਲ ਇਸ ਲਈ ਆਉਂਦੀ ਹੈ ਜੇ ਤੁਸੀਂ ਕਰਨਾ ਚਾਹੁੰਦੇ ਹੋ ਕਿਉਂਕਿ ਅਫਗਾਨਿਸਤਾਨ 'ਚ ਅਸੀਂ ਦੇਖਦੇ ਹਾਂ ਤਬਦੀਲੀ ਆ ਗਈ, ਤਾਲਿਬਾਨ ਵਾਪਸ ਆ ਗਈ ਜਿਵੇਂ 1996 'ਚ ਆਈ ਸੀ। ਉਦੋਂ ਵੀ ਅਸੀਂ ਦੇਖਿਆ ਕਿ ਕਸ਼ਮੀਰ ਦਾ ਜਿਹੜਾ ਆਤੰਕਵਾਦ ਸੀ, ਜਦ ਰੂਸੀ ਅਫਗਾਨਿਸਤਾਨ ਤੋਂ ਬਾਹਰ ਨਿਕਲ ਗਏ 1990 'ਚ, ਉਹਦੇ ਬਾਅਦ ਪਾਕਿਸਤਾਨ ਨੇ ਜਿਹੜੇ ਬੰਦੇ ਉੱਥੇ ਲੜਾਈ ਉਹਨਾਂ ਦੇ ਨਾਲ ਲੜਨ ਨੂੰ ਪੰਜਾਬ ਦੇ ਮੁੰਡੇ ਭੇਜੇ ਹੋਏ ਸੀਗੇ, ਉਹ ਫੌਜ ਫਿਰ ਉਹਨਾਂ ਨੇ ਕਸ਼ਮੀਰ ਕਨੀ ਨੂੰ ਤੱਕੀ। ਲੇਕਿਨ ਪਿਛਲੀ ਵਾਰ ਵੀ ਪੰਜਾਬ 'ਚ ਪਹਿਲਾਂ ਅੱਗ ਲਗਵਾਈ ਉਹਨਾਂ ਨੇ, ਫਿਰ ਕਸ਼ਮੀਰ ਚਲਾਈ। ਸੋ ਇਸ ਕਰਕੇ ਹੁਣ ਜੇ ਕਸ਼ਮੀਰ ਦਾ ਉਹ ਨਿਸ਼ਾਨਾ ਦੁਬਾਰਾ ਬਣਾਉਣਗੇ ਤਾਂ ਪੰਜਾਬ 'ਤੇ ਵੀ ਨਿਸ਼ਾਨਾ, ਜਿਸ ਤਰ੍ਹਾਂ ਨਾਲ ਡਰੋਨ ਆ ਰਹੇ ਨੇ। ਤਾਂ ਇਸ ਲਈ ਇਹ ਸੋਚਣਾ ਕਿ ਪਾਕਿਸਤਾਨ ਸਾਡੇ ਹੱਕ 'ਚ ਚੱਲੇਗਾ ਔਰ ਉਹਦਾ ਪੰਜਾਬ ਨੂੰ ਕੋਈ ਫਾਇਦਾ ਹੋਊਗਾ, ਉਹ ਤਾਂ ਇਤਿਹਾਸ ਦੇ ਮੁਤਾਬਕ ਗਲਤ ਗੱਲ ਹੈ। ਮੈਂ ਵੀ ਚਾਹੁੰਦਾ ਪਾਕਿਸਤਾਨ ਨਾਲ ਦੋਸਤੀ ਹੋਵੇ, ਲੇਕਿਨ ਪਾਕਿਸਤਾਨ ਨੂੰ ਬਦਲਣਾ ਪਏਗਾ, ਪਾਕਿਸਤਾਨ ਦੀ ਫੌਜ ਨੂੰ ਬਦਲਣਾ ਪਏਗਾ। ਮੈਂ ਤਾਂ ਉਹਨਾਂ ਨਾਲ ਨੈਗੋਸ਼ੀਏਟ ਕਰਕੇ ਦੇਖਿਆ। ਐਡੀਸ਼ਨਲ ਸੈਕਟਰੀ ਮੈਂ 2 ਵਾਰ ਕਾਊਂਟਰ ਟੈਰਰਿਜ਼ਮ ਦੀ ਜਿਹੜੀ ਨਵੀਂ ਕਮੇਟੀ ਬਣਾਈ ਸੀ 1996 'ਚ, 2006 'ਚ, ਉਹ ਪਹਿਲੀ ਮੀਟਿੰਗ ਮੈਂ ਲਈ ਜਿਹਦੇ 'ਚ ਐਂਟੀ ਟੈਰਰ ਕਮੇਟੀ ਪਾਕਿਸਤਾਨ ਨਾਲ ਬਣੀ। ਉੱਥੇ ਜਾ ਕੇ ਜਦ ਉਹਨਾਂ ਨਾਲ ਗੱਲ ਕਰੋ, ਪਤਾ ਲੱਗਦਾ ਜਿਹੜੇ ਫੌਜ ਦੇ ਬੰਦੇ ਡਿਪਲੋਮੈਟ ਦੇ ਨਾਲ ਬੈਠੇ ਹੈ, ਵਿਦੇਸ਼ ਮੰਤਰਾਲਿਆ ਦੇ ਬੰਦੇ ਨਾਲ, ਉਹ ਬੜੀ ਘੁਟਨ ਮਹਿਸੂਸ ਕਰਦਾ ਜਿਹੜਾ ਵਿਦੇਸ਼ ਮੰਤਰਾਲਿਆ ਦਾ। ਉਹ ਮੈਨੂੰ ਚੰਗੀ ਤਰ੍ਹਾਂ ਜਾਣਦਾ ਸੀ, ਜਿਹੜਾ ਮੇਰੀ ਲੈਵਲ ਦਾ ਪਾਕਿਸਤਾਨੀ ਡਿਪਲੋਮੈਟ ਸੀ। ਲੇਕਿਨ ਉੱਥੇ ਪਤਾ ਲੱਗਦਾ ਕਿ ਜਦ ਤੁਸੀਂ ਇਹ ਮੁੱਦਿਆਂ 'ਤੇ ਆਉਂਦੇ ਹੋ ਤਾਂ ਫੌਜ ਹਾਮੀ ਹੋ ਜਾਂਦੀ ਹੈ। ਅਤੇ ਜਦ ਅਸੀਂ ਉਹਨਾਂ ਨੂੰ ਸਾਰਿਆਂ ਤੋਂ ਪਹਿਲਾਂ ਕਿਹਾ ਕਿ ਬਈ ਇਹ ਤੈਅ ਕਰੀਏ, ਉਹ ਕਹਿੰਦੇ ਜੀ ਇਹ ਤੈਅ ਕਰੀਏ ਇਹ ਜਿਹੜੀ ਐਂਟੀ ਟੈਰਰ ਕਮੇਟੀ ਬਣਾਈ ਹੈ ਇਹ ਕੀ ਮੁੱਦੇ ਦੇਖੂਗੀ। ਉਹ ਕਹਿੰਦਾ ਜੀ ਅੱਗੇ ਨੂੰ ਜਿਹੜਾ ਟੈਰਰ ਦਾ ਅਟੈਕ ਹੋਊਗਾ ਉਹ ਦੇਖੂਗੀ। ਮੈਂ ਕਿਹਾ ਫਿਰ ਤਾਂ ਕੋਈ ਫਾਇਦਾ ਨਹੀਂ, ਫਿਰ ਕਮੇਟੀ ਦਾ ਕੀ ਫਾਇਦਾ ਹੋਇਆ? ਸਾਡੇ ਹਿੰਦੁਸਤਾਨ 'ਚ ਪੁਰਾਣੇ ਕੇਸ ਚੱਲ ਰਹੇ ਹੈ, ਬੰਬੇ ਦੇ ਜਿਹੜੇ ਬੰਬ ਬਲਾਸਟ ਹੋਏ ਆ 93 ਦੇ, ਉਹਦੇ ਕੇਸ ਚੱਲ ਰਹੇ ਹੈ। ਅਸੀਂ ਹਿੰਦੁਸਤਾਨ ਨੂੰ ਜਾ ਕੇ ਕਹਾਂਗੇ ਇਹ ਜਿਹੜੀ ਟੈਰਰ ਕਮੇਟੀ ਹੈ, ਜਿਹੜੇ ਉਦੋਂ ਦੇ ਅਸੀਂ ਬੰਦੇ ਲੱਭ ਰਹੇ ਹਾਂ ਦਾਊਦ ਵਗੈਰਾ, ਉਹਨਾਂ ਦੇ ਬਾਰੇ ਤਾਂ ਅਸੀਂ ਤੁਹਾਨੂੰ ਪੁੱਛ ਨਹੀਂ ਸਕਦੇ, ਕੋਈ ਕਾਗਜ਼ ਨਹੀਂ ਦੇ ਸਕਦੇ, ਫਿਰ ਕਮੇਟੀ ਦਾ ਮਤਲਬ ਕੀ ਹੈ? ਅੱਛਾ, ਦੂਜਾ ਇਹ ਹੈਗਾ ਜੇ ਤੁਸੀਂ ਇਹ ਕਹੋ ਕਿ ਜਿਹੜਾ ਕਸ਼ਮੀਰ ਨਾਲ ਸੰਬੰਧਿਤ ਹੈ ਕੋਈ ਵੀ ਅਟੈਕ, ਉਹਦੇ ਬਾਰੇ ਅਸੀਂ ਨਹੀਂ ਚਰਚਾ ਕਰਾਂਗੇ, ਫਿਰ ਮੈਂ ਕਿਹਾ ਉਹਦਾ ਵੀ ਕੋਈ ਮਤਲਬ ਨਹੀਂ। ਸੋ ਇਸ ਕਰਕੇ ਪਾਕਿਸਤਾਨ ਦੇ ਨਾਲ ਵਰਤ ਕੇ ਦੇਖਿਆ ਹੋਇਆ ਜਿਹੜੀ ਮੈਂ ਗੱਲ ਕਰ ਰਿਹਾ। ਤਾਂ ਉਹ ਜਦ ਤਾਈਂ ਪਾਕਿਸਤਾਨ ਬਦਲਦਾ ਨਹੀਂ, ਤੁਹਾਨੂੰ ਚੁਕੰਨਾ ਰਹਿਣਾ ਪਏਗਾ। ਔਰ ਇਸ ਵੇਲੇ ਉਹਨਾਂ ਦਾ ਪੱਲੂ ਭਾਰੀ ਹੈ, ਤਾਲਿਬਾਨ ਦਾ ਕੰਟਰੋਲ ਕਾਬੁਲ 'ਚ ਆਉਣ ਦੇ ਨਾਲ ਉਹਨਾਂ ਦਾ ਪੱਲੂ ਭਾਰੀ ਹੈ। ਉਹ ਸ਼ਰਾਰਤ ਦੁਬਾਰਾ ਕਰਨਗੇ, ਕਰ ਸਕਦੇ ਹੈ। ਤਾਂ ਇਹਨੂੰ ਸਾਨੂੰ ਮੁੱਦਾ ਪੰਜਾਬ 'ਚ ਨਹੀਂ ਬਣਾਉਣਾ ਚਾਹੀਦਾ, ਇਹਦੇ 'ਚ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਚੀਜ਼ 'ਚ ਰਹਿਣਾ ਚਾਹੀਦਾ। ਅਸੀਂ ਦੇਸ਼ ਨਾਲ ਹੈ, ਸਾਡੀ ਜੇ ਕੋਈ ਲੜਾਈ ਦਿੱਲੀ ਨਾਲ ਹੈ, ਅਸੀਂ ਆਪਣੇ ਤਰੀਕੇ ਨਾਲ ਉਹਨੂੰ ਸਮਝਾਂਗੇ। ਜਦ ਲੋਕ ਸਭਾ ਹੋਊਗੀ ਉਹਨਾਂ ਨੂੰ ਵੋਟਾਂ ਨਹੀਂ ਪਾਵਾਂਗੇ, ਜਦ ਸਾਡੇ ਕਿਸਾਨ ਬੈਠੇ ਹੀ ਹੈ ਦਿੱਲੀ ਦੀ ਸਰਹੱਦ 'ਤੇ, ਪਰ ਅਸੀਂ ਤੀਜੀ ਤਾਕਤ ਨੂੰ ਇਹਦੇ 'ਚ ਕਿਉਂ ਲਿਆਈਏ? ਅਸੀਂ ਤੀਜੇ ਨਾਲ ਕਿਉਂ ਗੱਲ ਕਰੀਏ? ਕੋਈ ਤੁਹਾਡਾ ਹਮਾਇਤੀ ਨਹੀਂ ਹੈ, ਉੱਤੋਂ ਕਰਦੇ, ਤੁਹਾਡੀ ਲੜਾਈ ਕਰਵਾਉਣ ਲਈ ਉਹ
ਦਿੱਲੀ ਨੂੰ ਥੱਲੇ ਕਰਨ ਲਈ ਤੁਹਾਨੂੰ ਚੱਕਣਗੇ। ਲੇਕਿਨ ਜੇ ਕੱਲ੍ਹ ਨੂੰ ਮੈਂ ਕਹਿੰਦਾ ਬਣ ਵੀ ਜਾਂਦਾ ਹੈ, ਅਸੀਂ ਅਲੱਗ ਆਪਣੀ ਸਟੇਟ ਬਣਾ ਵੀ ਲੈਂਦੇ ਹਾਂ। ਦੇਖੋ ਅਫਗਾਨਿਸਤਾਨ ਦਾ ਕੀ ਹਾਲ ਹੋ ਰਿਹਾ। ਹੁਣ ਉਹਨਾਂ ਨੂੰ ਰਸਤਾ ਪਾਕਿਸਤਾਨ 'ਚੋਂ ਲੱਭਣਾ ਪੈਂਦਾ ਹੈ, ਫਿਰ ਪਾਕਿਸਤਾਨ ਉਹਨਾਂ ਨੂੰ ਨਚਾਉਂਦਾ ਹੈ, ਜਾਂ ਉਹ ਈਰਾਨ ਦੇ ਵਿੱਚੋਂ ਜਾ ਸਕਦੇ। ਲੈਂਡ ਲੌਕ ਤੁਸੀਂ ਇੱਕ ਜਗ੍ਹਾ, ਚਾਰੋਂ ਪਾਸੇ ਤੁਹਾਡੇ 2 ਹੋਰ ਦੇਸ਼ ਹੋਣ, ਹਵਾਈ ਜਹਾਜ਼ ਨਾਲ ਹੀ ਚੱਲੀ ਚਲੋਗੇ ਤੁਸੀਂ, ਔਰ 2 ਤਖਤ ਸਾਡੇ ਇੱਥੋਂ ਬਾਹਰ ਹੋਣ। ਇੱਕ ਤਖਤ ਬਾਹਰ ਹੋਵੇ ਔਰ ਗੁਰੂ ਗੋਬਿੰਦ ਸਿੰਘ ਦੀ ਜਨਮ ਸਥਾਨ ਉਸ ਜਗ੍ਹਾ ਤੋਂ ਬਾਹਰ ਹੋਵੇ, ਤਾਂ ਪੂਰਾ ਹਿੰਦੁਸਤਾਨ ਸਾਡਾ ਹੈ। 10ਵੇਂ ਪਾਤਸ਼ਾਹ ਪਹਿਲਾਂ ਵੀ ਗੁਰੂ ਨਾਨਕ ਤਾਂ ਬਿਲਕੁਲ ਹੀ ਇਸ ਏਰੀਏ ਤੋਂ ਵੀ ਬਾਹਰ ਘੁੰਮੇ ਹੈ, ਲੇਕਿਨ 10ਵੇਂ ਪਾਤਸ਼ਾਹ ਤਾਂ ਪੈਦਾ ਹੋਏ ਪਟਨਾ ਸਾਹਿਬ 'ਚ, ਅੰਤਿਮ ਉਹਨਾਂ ਨੇ ਆਪਣਾ ਜਿੱਥੇ ਜਿਸਮ ਛੱਡਿਆ ਉਹ ਮਹਾਰਾਸ਼ਟਰ 'ਚ ਜਾ ਕੇ। ਤੋ ਇਸ ਕਰਕੇ ਪੂਰਾ ਹਿੰਦੁਸਤਾਨ ਸਾਡਾ ਹੈ। ਸੋ ਇਹ ਚੀਜ਼ਾਂ ਨੂੰ ਪੰਜਾਬ ਦੇ ਪੋਲੀਟਿਕਸ ਨਹੀਂ ਲਿਆਉਣਾ ਚਾਹੀਦਾ। ਜਿਹੜੇ ਮੁੱਦੇ ਪੰਜਾਬ ਦੇ ਹੈ, ਇੱਥੋਂ ਦੇ ਨੌਕਰੀਆਂ ਦੇ, ਸਿਹਤ ਦੇ, ਪੜ੍ਹਾਈ ਦੇ, ਨੌਜਵਾਨਾਂ ਦੇ, ਕ੍ਰਾਂਤੀ ਦੇ, ਉਹ ਮੁੱਦੇ ਉਠਾਉਣੇ ਚਾਹੀਦੇ। ਉਹ ਤੇ ਦੱਸੋ ਕੀ ਸੁਝਾਅ ਹੈ ਤੁਹਾਡਾ? ਉਹ ਤੇ ਸੁਝਾਅ ਕੋਈ ਹੈ ਨਹੀਂ, ਫਿਰ ਇੱਧਰ ਉੱਧਰ ਦੀ ਗੱਲ ਕਰੀ ਚੱਲੋ। ਕੀ ਸਿੰਘ ਜੀ, ਜਿਹੜੇ ਮੁੱਦੇ ਹੈ ਤੁਹਾਡੇ ਹਿਸਾਬ ਨਾਲ ਕਿਵੇਂ ਸੁਲਝ ਸਕਦੇ ਨੇ? ਜਿਹੜੇ ਇੰਨੇ ਮੁੱਦੇ ਹੈ, ਭਾਵੇਂ ਤੁਸੀਂ ਜਿਵੇਂ ਆਪ ਗੱਲ ਕੀਤੀ ਡਰੱਗਸ ਦਾ ਹੈ, ਬੇਰੁਜ਼ਗਾਰੀ ਦਾ ਹੈ, ਨੌਜਵਾਨ ਬਾਹਰ ਜਾ ਰਹੇ ਆ ਜਾਂ ਗੈਂਗਸਟਰਿਜ਼ਮ ਵੱਲ ਜ਼ਿਆਦਾ ਜਾ ਰਿਹਾ, ਬਲੱਡ ਸ਼ੈਡ ਹੋ ਰਿਹਾ, ਇਹਦਾ ਹੱਲ ਕੀ ਹੈ? ਕੀ ਪੰਜਾਬ ਵਾਪਸ ਲੀਹ 'ਤੇ ਆ ਸਕਦਾ? ਦੇਖੋ, ਮੈਂ ਇਹ ਸਮਝਦਾ ਕਿ ਜਦ ਤਾਈਂ ਉੱਪਰ ਵਾਲਾ ਬੰਦਾ, ਸਾਰਿਆਂ ਤੋਂ ਪਹਿਲਾਂ ਅਸੀਂ ਭਾਵੇਂ ਕਹਿ ਦਈਏ ਜੀ 117 MLA ਆਉਂਦੇ ਹੈ ਜੀ, ਉਹ ਚੁਣਦੇ ਹੈ ਜੀ ਫਲਾਣਾ, ਕੁਛ ਨਹੀਂ। ਹਿੰਦੁਸਤਾਨ 'ਚ ਭਾਵੇਂ ਪਰ ਤਕੜਾ ਪ੍ਰਾਈਮ ਮਿਨਿਸਟਰ ਹੋਵੇ, ਤਕੜਾ ਚੀਫ ਮਿਨਿਸਟਰ ਹੋਵੇ, ਅਸੀਂ ਰਾਜੇ ਇਲੈਕਟ ਕਰਦੇ ਹਾਂ, ਅਸੀਂ ਚੀਫ ਮਿਨਿਸਟਰ ਪ੍ਰਾਈਮ ਮਿਨਿਸਟਰ ਨਹੀਂ ਕਰਦੇ। ਇੱਕ ਵਾਰ ਜਦੋਂ ਉਹ ਇਲੈਕਟ ਹੋ ਜਾਂਦਾ ਹੈ, ਉਹਦੇ ਹੱਥ ਹੈ ਸਾਰਾ ਕੁਛ। ਉਹ ਜਾਂ ਤਾਂ ਕ੍ਰਾਂਤੀ ਲਿਆ ਦੇ, ਸਾਰਾ ਸਿਸਟਮ ਬਦਲ ਦੇ, ਨਹੀਂ ਤਾਂ ਇੰਝ ਹੈ ਕਿ ਪਹਿਲਾਂ ਇੱਧਰ ਦੇਰ ਉਹੀ ਪੈਸੇ ਪੁਲਿਸ ਵਾਲੇ ਜਿਹੜੇ ਮਿਲੇ ਹੋਏ ਹੈ, ਉਹ ਸਾਰੇ ਬੰਦਿਆਂ ਨਾਲ ਜਿਹੜੀ ਅੱਜ ਚੋਰੀਆਂ ਸਾਰਾ ਕੁਛ ਕਰ ਰਹੇ, ਪੁਲਿਸ ਦੇ ਬਗੈਰ ਨਹੀਂ ਹੋ ਸਕਦੀ। ਉਹਨਾਂ ਦੇ ਥਰੂ ਹੀ ਇਹ ਗੈਂਗ ਤੇ ਦੂਜੇ ਆਪਰੇਟ ਕਰਦੇ ਹੈ। ਮਾਫੀਆ ਜਿੰਨੇ ਹੈਗੇ, ਚਾਹੇ ਲਿਕਰ ਮਾਫੀਆ ਕਹੋ, ਰੇਤੇ ਦਾ ਮਾਫੀਆ ਕਹੋ, ਡਰੱਗਸ ਦਾ ਮਾਫੀਆ ਕਹੋ। ਲੜਾਈ ਕੀ ਹੈ ਅੱਜ? ਕਿ ਜੀ ਉਹ ਫਾਈਲਾਂ ਬੰਦ ਪਈਆਂ, ਉਹਦੇ 'ਚੋਂ ਨਾ ਕੱਢੋ ਜੀ। ਹੁਣ ਵਾਲੀ ਸਰਕਾਰ ਕੱਢਣਾ ਨਹੀਂ ਚਾਹੁੰਦੀ, ਪਹਿਲੀ ਸਰਕਾਰ ਦੇ ਕੁਛ ਬੰਦਿਆਂ ਦੇ ਹੋ ਸਕਦਾ ਉਹਦੇ 'ਚ ਨਾ ਹੋਣ। ਸੋ ਤੀਜਾ ਬੰਦਾ ਆ ਕੇ ਕਹਿੰਦਾ ਜੀ ਇਹਨਾਂ ਦੀ ਆਪਸ 'ਚ ਸੁਲ੍ਹਾ ਹੋਈ ਹੈ ਤਾਂ ਨਹੀਂ ਕੱਢਣਾ ਚਾਹੁੰਦੇ। ਪੰਜਾਬ ਕੀ ਕਰੇ ਇਸ ਚੀਜ਼ 'ਚ? ਜੇ ਕੋਈ ਰਿਪੋਰਟ ਹੈਗੀ ਉਹ ਪਬਲਿਕ 'ਚ ਆਉਣੀ ਚਾਹੀਦੀ ਸੀ। ਜੇ ਕੋਈ ਕੰਮ ਇਹਦੇ 'ਤੇ ਕਰਨਾ, ਹੁਣ ਦੇਖੋ ਬੇਅਦਬੀ ਵਾਲਾ ਮਾਮਲਾ ਹੈ, ਇਹ ਚੱਲਿਆ ਕਿੱਥੋਂ ਹੈ? ਬੜਬੜ ਕਲਾਂ ਤੋਂ ਨਹੀਂ, ਉੱਥੋਂ ਨਹੀਂ ਚੱਲਦਾ। ਇਹ ਚੱਲਿਆ ਹੈ ਜਦ ਮਾਫੀ ਦਵਾਈ ਹੈ ਅਕਾਲ ਤਖਤ ਸਾਹਿਬ ਤੋਂ ਸਰਸਾਹਿਬ ਵਾਲੇ ਨੂੰ, ਫਿਰ ਮਾਫੀ ਵਾਪਸ ਲਈ, ਫਿਰ ਉਹਦੇ ਬਾਅਦ ਬੇਅਦਬੀ ਕੀਤੀ ਉਹਨਾਂ ਨੇ ਕੀਤੀ ਹੋਣੀ ਹੈ। ਜਿਨ੍ਹਾਂ ਨੂੰ ਮਾਫੀ ਵਾਪਸ ਆਈ ਉਹਨਾਂ ਦੇ ਨਾਂ ਲੱਗਦੇ ਨੇ। ਲੋਕਾਂ ਨੇ ਫਿਰ ਉੱਥੇ ਪ੍ਰੋਟੈਸਟ ਕੀਤਾ, ਫਿਰ ਗੋਲੀ ਚਲਾਈ। ਇੱਕ ਸੀਕੁਐਂਸ ਹੈ, ਗੋਲੀ ਚਲਾਉਣਾ ਉਹਦਾ ਲਾਸਟ ਅਖੀਰੀ ਐਕਟ ਹੈ, ਪਰ ਸ਼ੁਰੂ ਤਾਂ ਉੱਥੋਂ ਹੁੰਦਾ ਨਾ ਪਹਿਲਾਂ। ਜੇ ਤੁਸੀਂ ਜਿਹੜੀਆਂ ਸਿੱਖਾਂ ਦੇ ਵੱਡੀਆਂ ਇੰਸਟੀਟਿਊਸ਼ਨਸ ਹੈ ਉਹਨਾਂ ਨਾਲ ਖਿਲਵਾੜ ਕਰੋਗੇ, ਕਦੇ ਮਾਫੀ ਦੇ ਦਿਓ, ਕਦੇ ਮਾਫੀ ਵਾਪਸ ਲੈ ਲਓ, ਸੁਣਿਆ ਇਹ? ਉੱਥੋਂ ਗੱਲ ਚੱਲੀ ਹੈ, ਉਹ ਫਿਰ ਵਿਗੜਦੀ ਗਈ, ਫਿਰ ਤੋਂ ਸੰਭਲੀ ਨਹੀਂ। ਫਿਰ ਹੁਣ ਵਾਲੀ ਸਰਕਾਰ ਨੇ ਵੀ ਉਹਦੇ ਥੱਲਿਓਂ ਕੱਢ ਕੇ ਨਹੀਂ ਦੱਸਿਆ। ਸੋ ਇਸ ਕਰਕੇ ਬੜੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਦਾ ਟਾਈਮ ਖਰਾਬ ਕਰਦੇ ਹੋ ਤੁਸੀਂ, ਇਹਨਾਂ ਮੁੱਦਿਆਂ 'ਤੇ ਪੰਜਾਬ ਦਾ ਸਮੇਂ ਖਰਾਬ ਕਰਦੇ ਹੋ। ਜਿਹੜੀ ਪੰਜਾਬ ਦੀ ਐਨਰਜੀ ਠੀਕ ਪਾਸੇ ਲੱਗਣੀ ਚਾਹੀਦੀ ਹੈ, ਉੱਥੋਂ ਕੱਢ ਕੇ ਦੂਜੇ ਪਾਸੇ ਲਾਉਂਦੇ ਹੋ। ਸੋਲਿਊਸ਼ਨ ਦੇਖੋ, ਕੋਈ ਇਹ ਐਟਮ ਬੰਬ ਬਣਾਉਣ ਵਾਲੇ ਸੋਲਿਊਸ਼ਨ ਨਹੀਂ ਹੈ। ਸੋਲਿਊਸ਼ਨ ਬੜੇ ਜੇ ਨੇਕ ਇਰਾਦੇ ਹੋਣ, ਸੋਲਿਊਸ਼ਨ ਆਪੇ ਨਿਕਲੇ ਆਉਂਦੇ ਆ। ਉੱਪਰ ਵਾਲਾ ਬੰਦਾ ਜੇ ਠੀਕ ਬੰਦੇ ਆਪਣੇ ਆਲੇ ਦੁਆਲੇ ਰੱਖੇ। ਦੇਖੋ, ਮੈਂ ਇੱਥੇ ਆਇਆ ਜਦ ਮੈਂ ਰੀਜਨਲ ਪਾਸਪੋਰਟ ਆਫਿਸਰ 1978 'ਚ, ਇਹ ਸਾਰਿਆਂ ਤੋਂ ਵੱਡਾ ਦਫ਼ਤਰ ਹੁੰਦਾ ਸੀ ਚੰਡੀਗੜ੍ਹ ਦਾ। ਪੂਰਾ ਹਰਿਆਣਾ, ਪੂਰਾ ਪੰਜਾਬ, ਪੂਰਾ ਹਿਮਾਚਲ, ਪੂਰਾ JNK ਇਹਦੇ ਥੱਲੇ ਸੀ। ਮੈਂ ਆਇਆ ਕਾਇਰੋ ਤੋਂ ਵਾਪਸ, ਔਰ ਵਾਜਪਾਈ ਸਾਹਿਬ ਸੀਗੇ ਵਿਦੇਸ਼ ਮੰਤਰੀ। ਉਹਨਾਂ ਨੇ ਕਿਹਾ ਕਿ ਸ਼ਿਕਾਇਤਾਂ ਮੈਨੂੰ ਦਫ਼ਤਰਾਂ 'ਚੋਂ ਆਉਂਦੀਆਂ, ਪਾਸਪੋਰਟ ਦਫ਼ਤਰਾਂ 'ਚੋਂ, ਔਰ ਉਹ ਲੋਕਾਂ ਨਾਲ ਜੁੜੇ ਹੋਏ ਸੀ। ਉਹਨਾਂ ਨੂੰ ਇਹ ਪਤਾ ਸੀਗਾ, ਦੇਖੋ ਵਿਦੇਸ਼ ਨੀਤੀ ਦਾ ਲੋਕਾਂ ਨੂੰ ਇੰਨੀ ਦਿਲਚਸਪੀ ਨਹੀਂ ਜਿਨ੍ਹਾਂ ਨੂੰ ਉਹਨਾਂ ਨੂੰ ਪਾਸਪੋਰਟ ਲੈਣ 'ਚ ਹੈ। ਜੇ ਪਾਸਪੋਰਟ ਲੈਣ 'ਚ ਉਹਨਾਂ ਨੂੰ ਤਕਲੀਫ ਹੁੰਦੀ ਆ, ਉਹ ਕਹਿਣਗੇ ਮਿਨਿਸਟਰ ਨਿਕੰਮਾ ਹੈ। ਉਹਨਾਂ ਨੇ ਕਿਹਾ ਜਿਹੜੇ ਨੌਜਵਾਨ ਅਫਸਰ ਨੇ, ਜਿਹੜੇ ਡਾਇਰੈਕਟ ਰਿਕਰੂਟ ਹੋਏ ਆ IFS, ਉਹਨਾਂ ਨੂੰ ਭੇਜੋ ਪਾਸਪੋਰਟ ਅਫਸਰ ਲਾ ਕੇ, ਉਹ ਕੋਈ ਜਾਵੇ ਨਾ। ਕਿਉਂਕਿ ਸਾਰੇ ਕਹਿੰਦੇ ਮੈਂ ਤਾਂ IFS 'ਚ ਆਇਆ ਵਿਦੇਸ਼ ਨੀਤੀ ਬਣਾਉਣ ਲਈ, ਪਾਸਪੋਰਟ ਬਣਾਉਣ ਲਈ ਥੋੜ੍ਹੀ ਆਇਆ। ਅੱਛਾ, ਮੇਰਾ ਇੱਥੇ ਘਰ ਸੀ, ਪੇਰੈਂਟਸ ਜਿਉਂਦੇ ਸੀ, ਅਤੇ ਮੈਂ 1-2 ਦਿਨ ਹਾਲੇ ਮੈਨੂੰ ਡਿਪਲੋਏ ਕਰ ਰਹੇ ਸੀ ਅੰਡਰ ਸੈਕਟਰੀ। ਮੈਂ ਉਹਨੂੰ ਐਵੇਂ ਪੁੱਛ ਬੈਠਾ ਅੰਡਰ ਸੈਕਟਰੀ ਨੂੰ, ਸ਼ਾਮ ਸਰਨ, ਜਿਹੜੇ ਬਾਅਦ 'ਚ ਵਿਦੇਸ਼ ਸਕੱਤਰ ਲੱਗੇ, ਹੁਣ ਵੀ ਉਹਨਾਂ ਦਾ ਨਾਂ ਆਉਂਦਾ।
ਮੈਂ ਕਿਹਾ ਜੀ ਚੰਡੀਗੜ੍ਹ 'ਚ ਖਾਲੀ ਹੋ ਰਹੀ ਹੈ ਪੋਸਟ, ਤੇ ਉੱਥੇ ਉਹ ਮੈਨੂੰ ਫਟਾਫਟ ਲੈ ਕੇ ਐਡੀਸ਼ਨ, ਮੈਨੂੰ ਨਹੀਂ ਸੀ ਪਤਾ ਉਹ ਆਲਰੇਡੀ ਪ੍ਰੈਸ਼ਰ ਦੇ ਨੀਚੇ ਨੇ ਕਿ ਨੌਜਵਾਨ ਅਫਸਰ ਭੇਜੋ। ਚਲੋ ਉਹ ਗੱਲ ਛੱਡੋ, ਮੈਂ ਆ ਗਿਆ ਇੱਥੇ ਜੁਆਇਨ ਕਰ ਲਿਆ। ਇੱਥੇ 17 ਸੈਕਟਰ 'ਚ ਦਫ਼ਤਰ ਹੁੰਦਾ ਸੀ, ਪਹਿਲੀ ਦੂਜੀ ਤੀਜੀ ਮੰਜ਼ਿਲ, ਗਰਾਊਂਡ ਫਲੋਰ ਨਹੀਂ ਸੀ ਹੁੰਦੀ, ਜਗਤ ਸਿਨਮੇ ਦੇ ਨਾਲ। ਪਹਿਲੀ ਮੰਜ਼ਿਲ ਤੇ ਕਾਊਂਟਰ ਹੁੰਦਾ ਸੀਗਾ, ਬਾਕੀ ਦੇ 4-5 ਅਫਸਰ ਉੱਥੇ ਬੈਠਦੇ ਸੀ। ਜਿਹੜਾ ਰੀਜਨਲ ਪਾਸਪੋਰਟ ਵੱਡੇ ਸਾਹਿਬ ਉਹ ਦੂਜੀ ਮੰਜ਼ਿਲ ਤੇ ਬੈਠਦੇ ਸੀ। ਉੱਥੇ ਕਿਸੇ ਨੂੰ ਜਾਣ ਨਹੀਂ ਸੀ ਦਿੰਦੇ, ਉੱਥੇ ਗਾਰਡ ਲੱਗਿਆ ਹੁੰਦਾ ਸੀਗਾ, ਸਿਰਫ ਫਾਈਲਾਂ ਨੇ ਉੱਪਰ, ਔਰ ਜਾਂ ਵੱਡੇ ਸਾਹਿਬ ਜਾਣਗੇ ਜਾਂ ਇਜਾਜ਼ਤ ਲੈਣ ਕੇ ਦੂਜੇ ਬੰਦੇ ਜਾਣਗੇ। ਮੈਂ 2-4 ਦਿਨ ਦੇਖਿਆ ਕਿ ਦੋ ਹੀ ਤਰੀਕੇ ਹੈ ਇੱਥੇ ਇਹਨੂੰ ਠੀਕ ਕਰਨ ਦੇ। ਇੱਕ ਤਾਂ ਮੈਂ ਸਾਰਾ ਦਿਨ ਅਫਸਰਾਂ ਦੇ ਕਮਰਿਆਂ 'ਚ ਚੱਕਰ ਲਾਈ ਜਾਵਾਂ, ਦੇਖਣ ਨੂੰ ਕੌਣ ਕੀ ਕਰ ਰਿਹਾ। ਦੂਜਾ, ਮੈਂ ਆਪਣਾ ਇਹ ਜਿਹੜਾ ਇਹਨਾਂ ਨੇ ਬੈਰੀਅਰ ਲਾਇਆ ਇਹ ਖੋਲ੍ਹਦਾ। ਮੈਂ ਇਹ ਕਿਹਾ ਕਿ ਜਿਹੜਾ ਬੰਦਾ ਇੱਕ ਵਾਰ, ਨਵਾਂ ਨਹੀਂ, ਜਿਹੜਾ ਇੱਕ ਵਾਰ ਕਾਊਂਟਰ ਤੋਂ ਇਨਕੁਆਇਰੀ ਕਰ ਚੁੱਕਿਆ, ਉਹਦੇ ਕੋਲ ਉਹ ਸਲਿੱਪ ਹੈਗੀ ਹੈ, ਇੱਕ ਵਾਰ ਕਰ ਚੁੱਕਿਆ ਔਰ ਉਹ ਸੰਤੁਸ਼ਟ ਨਹੀਂ ਹੈ, ਉਹਨੂੰ ਉੱਪਰ ਆਉਣ ਦਿਓ। ਅੱਛਾ, ਮੇਰਾ APO ਹੁੰਦਾ ਸੀ AL ਪੁਰੀ, ਉਹ ਮੇਰੇ ਕੋਲ ਆਇਆ, ਸਰ ਇਹ ਤੁਸੀਂ ਕੀ ਕਰਤਾ, ਤੁਹਾਨੂੰ ਤਾਂ ਇਹ ਕੰਮ ਨਹੀਂ ਕਰਨ ਦੇਣਗੇ, ਇਹ ਸਾਰੇ ਲੋਕ ਉੱਤੇ ਆ ਜਾਣਗੇ। ਮੈਂ ਕਿਹਾ ਕੋਈ ਗੱਲ ਨਹੀਂ ਪੁਰੀ ਸਾਹਿਬ, ਤੁਸੀਂ ਆਪਣਾ ਕੰਮ ਕਰੋ, ਮੈਨੂੰ ਆਪਣਾ ਕੰਮ ਕਰਨ ਦਿਓ। ਉਹ ਸ਼ੁਰੂ 'ਚ ਬੜੀ ਭੀੜ ਲੱਗੀ, 100-150 ਬੰਦਾ ਜਿਵੇਂ ਇਕੱਠ ਹੁੰਦਾ ਨਾ ਮੇਰੇ ਕਮਰੇ ਦੇ ਬਾਹਰ। ਕਈ ਇੱਕ ਵਾਰ ਮੈਨੂੰ ਸਲਿੱਪ ਦੇਣ, ਘੁੰਮ ਕੇ ਫੇਰ ਆ ਜਾਣ। ਮੈਂ ਕਿਹਾ ਵੀ ਇਹ ਨਹੀਂ ਹੋਣੀ, ਜੇ ਤੁਸੀਂ ਆਹ ਕੰਮ ਕਰਨਾ ਨਾ ਫੇਰ ਮੈਂ ਤੁਹਾਡੀ ਨਹੀਂ ਸੁਣਨੀ। ਫਿਰ ਇੱਕ ਸਿਸਟਮ ਬਣਾਇਆ, ਉਹਨੂੰ 3-4 ਦਿਨ ਲੱਗੇ ਨਵਾਂ ਸਿਸਟਮ ਬਣਾਉਣ ਨੂੰ, ਕਿ ਚੰਗਾ ਸਲਿੱਪ ਇੱਥੇ ਦੇ ਜਾਓ, ਤੁਹਾਨੂੰ ਇੱਕ ਮੇਰਾ PA ਕੋਲ ਇੱਕ ਮੁੰਡਾ ਬਿਠਾਇਆ, ਇਹਨੂੰ ਇੱਕ ਹੋਰ ਸਲਿੱਪ ਦੇ ਦੇ। ਉਹਨੂੰ ਕਿਹਾ ਭਾਈ ਤੁਸੀਂ ਹੁਣ ਘੁੰਮੇ ਆਓ, ਉਹ ਜਗਤ ਸਿਨੇਮਾ 17 ਸੈਕਟਰ ਹੈ, ਇੱਥੇ ਤੁਸੀਂ ਜੇ ਤੰਗ ਕੀਤਾ ਨਾ ਬਾਹਰ ਖੜੇ ਹੋ ਗਏ, ਫਿਰ ਮੈਂ ਪਾਸਪੋਰਟ ਨਹੀਂ ਦੇਣਾ। ਸੋ ਉਹ ਹੌਲੀ ਇਹ ਗੱਲ ਫੈਲ ਗਈ, ਉਹ ਕੰਟਰੋਲ 'ਚ ਆ ਗਿਆ ਪਾਣੀ। ਮੇਰੇ ਟੇਬਲ ਤੇ 80-90-100 ਸਲਿੱਪਾਂ। ਮੈਂ ਉਹਨਾਂ ਨੂੰ ਕਹਿਣਾ, ਮੈਂ ਕਿਹਾ ਮੈਂ ਹੁਣ ਜਾ ਰਿਹਾ ਲੰਚ ਖਾਣ, ਆਹ ਘਰ ਨਾਲ ਹੀ ਸੀ ਉੱਥੇ, ਔਰ ਲੰਚ ਤੋਂ ਆਉਣ ਬਾਅਦ ਇਹ ਸਾਰੀਆਂ ਫਾਈਲਾਂ ਮੇਰੇ ਮੇਜ਼ ਤੇ ਹੋਣੀਆਂ ਚਾਹੀਦੀਆਂ। ਉਹਨਾਂ 'ਚ ਕੀ ਹੁੰਦਾ ਸੀਗਾ, ਕੋਈ ਉਹ ਐਡੀ ਮੁਸ਼ਕਿਲ ਕੰਮ ਨਹੀਂ ਸੀ। ਕਿਸੇ ਦੀ ਫੋਟੋ ਉਹਨੇ ਪਹਿਲਾਂ ਦਿੱਤੀ, ਨਿਕਲ ਗਈ ਫਾਈਲ 'ਚੋਂ, ਇਹਨਾਂ ਨੇ ਕਿਹਾ ਫੋਟੋ ਨਹੀਂ ਹੈ, ਉਹ ਕਾਊਂਟਰ 'ਤੇ ਦਿੱਤੀ, ਦੁਬਾਰਾ ਨਹੀਂ ਨਾਲ ਲਾਈ, ਕਿਤੇ ਸਿੱਟਤੀ ਬਾਬੂ ਨੇ। ਮੈਂ ਉਹਨੂੰ ਮੁੰਡੇ ਨੂੰ ਕਹਿਣਾ, ਮੈਂ ਕਿਹਾ ਤੂੰ ਫੋਟੋ ਖਿਚਾ ਕੇ ਆਏਗਾ, ਤੇ ਉਹਨੂੰ ਪਹਿਲਾਂ ਅਤਵਾਰ ਨਾ ਆਉਣਾ। ਮੈਂ ਕਿਹਾ ਅੱਜ ਹੀ ਪਾਸਪੋਰਟ ਦਿਉ ਤੈਨੂੰ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਦੇਖੋ ਇਹ ਨਿਰਾਸ਼ ਹੋਏ ਬੰਦੇ ਹੈ, ਇਹਨਾਂ ਨੂੰ ਆਪਾਂ ਵਾਅਦਾ ਨਹੀਂ ਕਰਨਾ, ਇਹਨਾਂ ਨੂੰ ਅੱਜ ਹੀ ਦੇਣਾ ਪਾਸਪੋਰਟ, ਕਿਉਂਕਿ ਜੇ ਇੱਕ ਵਾਅਦਾ ਹੋਰ ਕਰਤਾ ਇਹਨਾਂ ਨੇ ਕਿਹਾ ਇਹ ਹੋਰ ਵਾਅਦਾ। ਸੋ ਇਸ ਕਰਕੇ ਕੋਈ, ਮੈਂ ਨੌਜਵਾਨ ਅਫਸਰ ਦੇ ਟਾਈਮ ਤੇ ਇਹ ਦੇਖਿਆ ਕਿਵੇਂ ਕਰਨਾ ਹੈ। ਇਹ ਕੋਈ ਐਡਾ ਔਖਾ ਕੰਮ ਨਹੀਂ। ਇਹ ਹੁਣ ਜਿਵੇਂ ਤਜਰਬਾ ਆ ਗਿਆ, ਹੋਰ ਚੀਜ਼ਾਂ ਪਾਲਿਸੀ ਆ ਗਈਆਂ, ਹਰੇਕ ਚੀਜ਼ ਐਵੇਂ ਨਹੀਂ ਹੁੰਦੀ। ਫਿਰ ਜਲੰਧਰ ਦਾ ਦਫ਼ਤਰ ਮੈਂ ਖੋਲ੍ਹਿਆ, ਇਹ ਅੱਧੋ ਅੱਧ ਕੀਤਾ ਦਫ਼ਤਰ, ਮੰਨਣ ਨਾਲ ਲੋਕ ਜਾਣ ਨੂੰ ਕਿ ਨਹੀਂ ਚਲੋ ਸਹੂਲੀਅਤ ਹੋਏਗੀ। ਸੋ ਉਹ 1979 'ਚ ਇਹ ਜਲੰਧਰ ਦਾ ਦਫ਼ਤਰ ਖੁੱਲ੍ਹਿਆ, ਕਿਉਂਕਿ ਗੁਜਰਾਲ ਸਾਹਿਬ MP ਸੀ ਉੱਤੋਂ, ਉਹ ਜਾ ਕੇ ਵਾਜਪਾਈ ਸਾਹਿਬ ਨੂੰ ਕਹਿਣ ਜੀ ਸਾਨੂੰ ਦੁਆਬੇ ਅਤੇ ਮਾਝੇ ਨੂੰ ਇੰਨੀ ਦੂਰ ਜਾਣਾ ਪੈਂਦਾ। ਸੋ ਮੈਂ ਤੁਹਾਨੂੰ ਦੱਸ ਰਿਹਾ, ਜੇ ਇਰਾਦਾ ਠੀਕ ਹੋਵੇ। ਦੇਖੋ ਮੈਂ ਇੱਕ ਗੱਲ ਕਰਦਾ ਸੀ, ਜਦ ਲੰਚ 'ਤੇ ਮੈਂ ਆਉਣਾ, ਸਰਕਾਰੀ ਗੱਡੀ ਮੈਨੂੰ ਇੱਥੋਂ ਸਵੇਰੇ ਲੈ ਕੇ ਜਾ, ਇੱਥੇ ਹੀ ਖੜੀ ਹੁੰਦੀ ਸੀ, ਕੋਈ ਗਰਾਜ ਨਹੀਂ ਸੀ ਕੋਈ। ਉਹ ਡਰਾਈਵਰ ਨੇ ਮੈਨੂੰ ਦਫ਼ਤਰ ਛੱਡਣਾ ਸਵੇਰੇ। ਮੈਂ ਕਿਹਾ ਲੰਚ ਲਈ ਮੇਰੀ ਵਾਈਫ ਨੇ ਮੇਰੀ ਆਪਣੀ ਪਰਸਨਲ ਕਾਰ ਚਲਾ ਕੇ ਉਸ 'ਤੇ ਮੈਨੂੰ ਲੈਣ, ਕੋਈ ਵੱਡੀ ਗੱਲ ਨਹੀਂ ਸੀ, ਉਹਨਾਂ 'ਚ ਪੈਟਰੋਲ ਵੀ 15-20 ਰੁਪਏ ਲੀਟਰ ਸੀ। ਲੇਕਿਨ ਮੈਂ ਦਿਖਾਉਣਾ ਚਾਹੁੰਦਾ ਸੀ ਬਾਊਆਂ ਨੂੰ ਕਿ ਇਹ ਅਫਸਰ ਲੰਚ ਵੀ ਆਪਣੀ ਕਾਰ 'ਚ ਖਾਣ ਜਾ ਰਿਹਾ, ਸਰਕਾਰੀ ਕਾਰ 'ਚ ਨਹੀਂ। ਜੇ ਤੁਹਾਨੂੰ ਕਹਿੰਦਾ ਹੈ ਤੁਸੀਂ ਇਹ ਆਦਰਸ਼ਾਂ 'ਤੇ ਚੱਲੋ, ਤਾਂ ਖੁਦ ਵੀ ਚੱਲਣਾ ਪਏਗਾ। ਸੋ ਜੇ ਉੱਪਰ ਲੀਡਰ ਆਦਰਸ਼ਾਂ ਦਾ ਆ ਜਾਏ, ਆਦਰਸ਼ਾਂ ਦੇ ਮੁਤਾਬਕ ਚੱਲੇ, ਇੱਕ ਮੋਟਾ ਅਸੂਲ ਮੈਂ ਕਹਿਣਾ, ਬਿਜ਼ਨਸ ਕਿਉਂ ਚਲਾਵੇ, ਜਿਹੜਾ ਮਿਨਿਸਟਰ ਹੈ ਜਾਂ ਡਿਪਟੀ ਚੀਫ ਮਿਨਿਸਟਰ ਹੈ ਜਾਂ ਚੀਫ ਮਿਨਿਸਟਰ ਹੈ, ਕਿਉਂ ਬਿਜ਼ਨਸ ਚਲਾਵੇ। ਸੋ ਇਸ ਕਰਕੇ ਬਸ ਕੰਪਲੀਟ ਸਿੰਪਲ ਕੌਨਫਲਿਕਟ ਹੈਗਾ, ਇਹ ਤਾਂ ਐਥੀਕਲ ਕੌਨਫਲਿਕਟ ਹੈ। ਕਿਤੇ ਵੀ, ਭਾਵੇਂ ਅਮਰੀਕਾ ਹੋਵੇ, ਵਲਾਇਤ ਹੋਵੇ, ਕਿਤੇ ਵੀ ਹੋਵੇ, ਜਿਹਦੇ ਕੋਲ ਤਾਕਤ ਹੈ, ਜਿਹੜਾ ਸਰਕਾਰ 'ਚ ਹੈ, ਉਹ ਬਿਜ਼ਨਸ ਨਹੀਂ ਚਲਾਉਣੀ। ਟਰੰਪ ਨੂੰ ਛੱਡ ਕੇ, ਜਿਹੜਾ ਕਿ ਇਸ ਚੀਜ਼ 'ਚ ਬਿਲਕੁਲ ਹੀ ਜਿਹੜਾ ਤਾਂ ਮੰਨਿਆ ਹੀ ਜਾਂਦਾ, ਉਹਦਾ ਤਾਂ ਕੋਈ ਅਸੂਲ ਸੀ ਹੋਈ ਨਹੀਂ। ਓਬਾਮਾ, ਉਹ ਤੋਂ ਪਹਿਲਾਂ ਜਿੰਨੇ ਵੀ, ਕਲਿੰਟਨ, ਜਿੰਨੇ ਵੀ ਪ੍ਰੈਜ਼ੀਡੈਂਟ ਹੋਏ ਹੈ, ਜਦ ਉਹ ਰਾਸ਼ਟਰਪਤੀ ਬਣ ਜਾਂਦੇ ਹੈ, ਜਿੰਨੇ ਉਹਨਾਂ ਕੋਲ ਸ਼ੇਅਰ ਹੈ, ਉਹ ਆਪਣੇ ਸ਼ੇਅਰ ਬਲਾਈਂਡ ਟਰਸਟ, ਅੰਨੇ ਟਰਸਟ 'ਚ ਪਾ ਦਿੰਦੇ ਆ। ਉਹ ਇਨਵੈਸਟ ਕਰਦਾ ਉਹਨਾਂ ਦੇ ਕਿਹੜੇ ਸ਼ੇਅਰ ਖਰੀਦਣੇ, ਕਿਹੜੇ ਵੇਚਣੇ। ਇੱਕ ਰਾਸ਼ਟਰਪਤੀ ਨੂੰ ਨਹੀਂ ਪਤਾ ਕਿ ਉਹਦਾ ਸ਼ੇਅਰ ਕਿਹੜੀ ਕੰਪਨੀ 'ਚ ਹੈ, ਤਾਂ ਕਿ ਉਹ ਜਦ ਆਪਣਾ ਪਾਲਿਸੀ ਬਣਾਵੇ, ਉਹਦੇ 'ਚ ਇਹਦੇ ਮਨ 'ਚ ਇਹ ਨਾ ਜਾਵੇ ਮੈਨੂੰ ਫਾਇਦਾ ਕਿ ਨੁਕਸਾਨ ਹੈ। ਇਹ ਤਾਂ ਕੋਈ ਐਡਾ ਲੰਬਾ ਚੌੜਾ ਅਸੂਲ ਨਹੀਂ। ਹੁਣ ਇੱਕ ਪਾਰਟੀ ਇਹੀ ਜਿਹੀ ਜਿਹੜੀ ਪਾਵਰ 'ਚ ਆ ਰਹੀ ਹੈ, ਜਿਹੜੀ ਬੜੀ ਦੱਸ ਕੇ ਕਹਿੰਦੀ ਅਸੀਂ ਬੱਸਾਂ ਵੀ ਚਲਾਉਂਦੇ ਹਾਂ ਜੀ,
ਅਸੀਂ ਹੋਟਲ ਵੀ ਚਲਾਉਂਦੇ ਹਾਂ, ਅਸੀਂ ਸਾਰਾ ਕੁਝ ਕਰਦੇ ਹਾਂ, ਕਿਉਂ ਨਾ ਕਰੀਏ। ਹੁਣ ਇਹ ਲੋਕਾਂ ਦਾ ਪੁੱਛਣ ਵਾਲਾ ਸਵਾਲ ਹੈ, ਭਾਈ ਸਾਹਿਬ ਜਾਂ ਤੁਸੀਂ ਬੱਸਾਂ ਚਲਾ ਲਓ ਜਾਂ ਸਰਕਾਰ ਚਲਾ ਲਓ। ਉਹ ਤਾਂ ਪੁਰਾਣੀ ਮੁਹਾਵਰਾ ਹੀ ਹੈ, ਕੀ ਕਹਿੰਦੇ ਆ ਉਹਨੂੰ, ਰਾਜਾ ਵਪਾਰੀ ਤੇ ਪ੍ਰਜਾ ਭਿਖਾਰੀ। ਕੇਸੀ ਸਿੰਘ ਜੀ, ਇੱਕ ਗੱਲ ਆਪਾਂ ਦੇਖਦੇ ਹਾਂ ਵੀ ਲੋਕ ਵਿਰੋਧ ਕਰਦੇ ਨੇ, ਗੁੱਸਾ ਹੀ ਬਹੁਤ ਹੁੰਦਾ ਹੈ, ਬਟ ਜਦੋਂ ਇਹ ਗੁੱਸਾ ਜਿਹੜਾ ਹੈਗਾ ਚੋਣਾਂ ਵੇਲੇ ਉਹ ਵੋਟਾਂ 'ਚ ਤਬਦੀਲ ਨਹੀਂ ਹੁੰਦਾ, ਫਾਲ ਬੈਕ ਕਰ ਜਾਂਦੇ ਆ। ਉਹੀ ਜਿਹੜੇ ਲੀਡਰ ਹੁੰਦੇ ਉਹਨਾਂ ਨੂੰ ਪਤਾ ਹੈ ਵੀ ਉਹ ਕਰਪਟ ਵੀ ਹੈ, ਲੁੱਟ ਖਸੁੱਟ ਕਰੂਗਾ, ਜੇ ਚੁਣ ਵੀ ਲਿਆ ਤਾਂ ਫਿਰ ਲੋਕਾਂ ਨੂੰ ਵੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਐਤਕੀ ਜਿਹੜੀਆਂ ਚੋਣਾਂ ਹੈ ਉਹਦੇ 'ਚ ਕੀ ਕਰਨ? ਕੀ ਤੁਹਾਨੂੰ ਲੱਗਦਾ ਵੀ ਲੋਕਾਂ ਦਾ ਗੁੱਸਾ ਵੋਟਾਂ 'ਚ ਵੀ ਤਬਦੀਲ ਹੋਊਗਾ? ਦੇਖੋ, ਤਬਦੀਲ ਹੁੰਦਾ ਹੈ, ਤਬਦੀਲੀ ਇਹਦੇ 'ਚ ਆ ਜਾਂਦੀ ਹੈ। ਇਹ ਨਹੀਂ ਹੈ, ਪਿਛਲੀ ਵਾਰ ਜੇ ਤੁਸੀਂ ਬੰਦਿਆਂ ਨੂੰ ਪੁੱਛੋ ਜਿਹੜੇ ਆਪ ਨਾਲ ਜੁੜੇ ਹੋਏ ਸੀ, 6 ਮਹੀਨੇ ਪਹਿਲਾਂ ਆਪ ਕਮ ਸੇ ਕਮ 70-80 ਸੀਟਾਂ ਜਿੱਤ ਰਹੇ ਸੀ। ਉਹ ਆਪਣੇ ਕਾਰਨਾਮਿਆਂ ਕਰਕੇ ਥੱਲੇ ਗਏ, ਲੋਕ ਉਹਨਾਂ ਨੂੰ ਟੁੱਟੇ ਇਸ ਕਰਕੇ ਜਦੋਂ ਉਹਨਾਂ ਨੇ ਦੇਖਿਆ ਇਹਨਾਂ ਦੇ ਕਾਰਨਾਮੇ ਠੀਕ ਨਹੀਂ ਰਹੇ ਪਿਛਲੇ 6 ਮਹੀਨੇ 'ਚ। ਤਾਂ ਇਸ ਕਰਕੇ ਜੇ ਉਹਨਾਂ ਨੂੰ ਅਸਲ 'ਚ ਨਜ਼ਰ ਆਵੇ, ਹਾਂ ਆਲਦੋ ਕਹਿੰਦੇ ਨਾ ਜਲਿਆ ਹੋਇਆ ਫੂਕ ਫੂਕ ਕੇ ਦੁੱਧ ਪੀਂਦਾ ਹੈ। ਹੁਣ ਆਪ ਨੇ ਜਿਹੜਾ ਪਿਛਲੀ ਵਾਰੀ ਉਹਨਾਂ ਨੂੰ ਅਤਵਾਰ ਬਣਾ ਕੇ ਤੋੜਿਆ, ਵਿਸ਼ਵਾਸਘਾਤ ਕੀਤਾ ਪਬਲਿਕ ਨਾਲ, ਉਹ ਇਸ ਕਰਕੇ ਐਤਕੀ ਜ਼ਿਆਦਾ ਟਾਈਮ ਲੱਗੇਗਾ। ਲੇਕਿਨ 2-3 ਚੀਜ਼ਾਂ ਹੋ ਰਹੀਆਂ ਹੈ ਜਿਹਦੇ ਕਰਕੇ ਨਵੀਆਂ ਪ੍ਰੋਪਰ ਸ਼ਕਤੀ ਨਵੀਂ ਉੱਠ ਸਕਦੀ ਹੈ। ਇੱਕ ਤਾਂ ਮਹਾਮਾਰੀ ਹੈ, ਇਸ ਕਰਕੇ ਉਹ ਵੱਡੇ ਵੱਡੇ ਇਕੱਠ ਨਹੀਂ ਹੋ ਸਕਦੇ। ਜਿਹੜੇ ਬੰਦਿਆਂ ਕੋਲ ਪੈਸੇ ਇਕੱਠੇ, ਧਨ ਇਕੱਠਾ ਕੀਤਾ ਹੋਇਆ ਹੈ, ਲੱਖ ਲੱਖ ਬੰਦਾ ਇਕੱਠਾ ਕਰ ਲਓ, 50-50 ਕਰ ਲਓ ਬੱਸਾਂ ਨਾਲ, ਉਹ ਦੂਜਿਆਂ ਨੂੰ ਡਰਾ ਦਿਓ, ਉਹ ਨਹੀਂ ਹੋ ਸਕਦਾ। ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇ ਰਹੇ ਲੋਕ, ਉਹਨਾਂ ਨੂੰ ਉਲਟੇ ਸਵਾਲ ਪੁੱਛ ਰਹੇ ਹੈ। ਤਾਂ ਇਸ ਕਰਕੇ ਲੋਕ ਬਦਲ ਗਏ ਨੇ। ਪਹਿਲੀ ਗੱਲ, ਇੱਕ ਟੈਕਨੋਲੋਜੀ ਬਦਲ ਗਈ ਹੈ। ਤੁਸੀਂ ਜਿਹੜਾ ਆਹ ਲੋਕ ਇਹਨੂੰ ਦੇਖਣਗੇ, ਉਹ ਮੇਰੇ ਚਿਹਰੇ ਨੂੰ ਦੇਖਣਗੇ, ਇਹ ਸੱਚ ਬੋਲ ਰਿਹਾ, ਇਹਦੀ ਅੱਖ ਫਰਕ ਰਹੀ ਹੈ ਕਿ ਐਵੇਂ ਮਾਰ ਰਿਹਾ ਜਬਲੀ। ਵੱਡੀ ਸਟੇਜ ਤੋਂ ਖੜੇ ਹੋ ਕੇ ਜਬਲੀ ਮਾਰੋ, ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਕਿ ਜੁਮਲਾ ਮਾਰਤਾ ਕੀ ਮਾਰਤਾ। ਨੇੜਿਓਂ ਤੁਸੀਂ ਮੈਨੂੰ ਸਵਾਲ ਪੁੱਛਦੇ ਹੋ ਤਾਂ ਮੇਰੇ ਕੋਈ ਫੇਸ 'ਚ ਜਦ ਤਬਦੀਲੀ ਆਏਗੀ ਤਾਂ ਲੋਕ ਕਮਲੇ ਨਹੀਂ ਹੈ, ਉਹ ਸਮਝਦੇ ਹੈ। ਜਦ ਨੇੜੋਂ ਦੇਖਦੇ ਹੈ, ਉਹ ਆਪਣੇ ਫੋਨ 'ਤੇ ਦੇਖਣਗੇ, ਉਹ ਪਛਾਣ ਸਕਦੇ ਹੈ ਬੰਦਾ ਸੱਚ ਬੋਲ ਰਿਹਾ, ਇਹਦੇ ਅੰਦਰ ਕੁਝ ਦੁੱਖ ਹੈ ਕਿ ਐਵੇਂ ਬੋਲੀ ਜਾਂਦਾ। ਪ੍ਰੋ ਪੰਜਾਬ ਟੀਮ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਕੇਸੀ ਸਿੰਘ ਜੀ। ਤਾਂ ਇਹ ਸੀ ਕਿ ਕੇਸੀ ਸਿੰਘ ਜਿਨ੍ਹਾਂ ਨੇ ਕਿਹਾ ਵੀ ਲੋਕ ਸਮਝਦਾਰ ਨੇ, ਐਤਕੀ ਜਿਹੜਾ ਲੋਕਾਂ ਦਾ ਗੁੱਸਾ ਹੈ ਜਾਂ ਵਿਰੋਧ ਹੈ ਰਵਾਇਤੀ ਪਾਰਟੀਆਂ ਨੂੰ ਲੈ ਕੇ ਜਾਂ ਜਿਹੜੇ ਪੰਜਾਬ ਦੇ ਭੱਖ ਦੇ ਮੁੱਦਿਆਂ ਨੂੰ ਲੈ ਕੇ, ਉਹ ਵੋਟਾਂ 'ਚ ਵੀ ਕਨਵਰਟ ਹੋਊਗਾ। ਅਤੇ ਲੋਕਾਂ ਨੂੰ ਹਮੇਸ਼ਾ ਇਸ ਖਿਆਲ ਰੱਖਣਾ ਚਾਹੀਦਾ ਵੋਟ ਵੇਲੇ ਵੀ ਉਹ ਕਿਹੜੇ ਨੁਮਾਇੰਦੇ ਨੂੰ ਵੋਟ ਪਾ ਰਹੇ ਹੈ, ਕਿ ਉਹ ਠੀਕ ਹੈ, ਉਹਦੀ ਨੀਅਤ ਸਾਫ਼ ਹੈ, ਕਿ ਉਹ ਵਿਲ ਨਾਲ ਕੰਮ ਕਰੂਗਾ, ਲੋਕਾਂ ਵਾਸਤੇ ਕੰਮ ਕਰੂਗਾ, ਕਿ ਆਪਦੇ ਬਿਜ਼ਨਸ ਹੀ ਸਵਾਰੂਗਾ। ਚੰਡੀਗੜ੍ਹ ਤੋਂ ਕੈਮਰਾਮੈਨ ਮਨਪ੍ਰੀਤ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।